ਹਰਿ ਗੋਬਿੰਦ ਸ਼ੁਭ ਮਤ ਪ੍ਰਕਾਸ਼ਕ। ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ। ਸ੍ਰੀ ਹਰਿ ਕ੍ਰਿਸ਼ਨ ਨਾਮ ਬਹੋ ਤੇਗ ਬਹਾਦਰ ਪਰਮ ਕਿਰਪਾਲਾ। ਸਤਿਗੁਰ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਪਿਤਾ ਤਰੁ ਤਾਰਾ ਪਰ ਪੁਨ ਪੁਨ ਸੀਸਾ। ਵਾਹਿਗੁਰੂ ਪੁਨ ਪੁਨ ਬੰਦੋਂ ਬਾਰ ਵਾਰ ਜਗਦੀਸਾ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਕਹਾਂ ਬੁੱਧ ਪ੍ਰਭ ਤੁਛ ਹਮਾਰੀ। ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ। ਆਪ ਲਿਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ। ਆਪ ਲਿਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਮੱਖਣ ਤੀਰਜ ਤਰ ਰਤਾ। ਹਾਥ ਬੰਦ ਕਰ ਦੋਏ। ਨਮਸਕਾਰ ਕਰ ਪੁਨਹ ਪੁਨ। ਭਿਖ ਭਿਖ ਹਰਕਤ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਵਾਜੀ ਗੁਰੂ ਰੂਪ ਸਾਧ ਸੰਗਤ ਜੀ, ਸਤਿਗੁਰਾਂ ਦੇ ਪਵਿੱਤਰ ਚਰਨਾਂ 'ਚ ਸੰਧਿਆ ਦੇ ਦੀਵਾਨ ਸਜੇ ਨੇ। ਸੰਧਿਆ ਸਮੇਂ ਸੁਨੇ ਰਹਿਰਾਸ। ਕੀਰਤਨ ਕਥਾ ਸੁਨੇ ਹਰ ਜਾਸ। ਇਨ ਮੈਂ ਨੇਮ ਜੋ ਏਕ ਕਰਾਏ। ਸੋ ਸਿੱਖ ਅਮਰਾਪੁਰੀ ਕੋ ਜਾਏ। ਧੰਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਰਹਿਤਨਾਮਿਆਂ ਵਿੱਚ ਸੰਧਿਆ ਦੇ ਦੀਵਾਨਾਂ ਵਿੱਚ ਕੀਰਤਨ ਕਥਾ ਹਰੀ ਜਸ ਸੁਣਨ ਦਾ ਹੁਕਮ ਦਿੱਤਾ ਹੈ। ਸ਼ਾਮ ਦੇ ਦੀਵਾਨਾਂ ਵਿੱਚ ਇਤਿਹਾਸ ਦੀ ਤੇ ਸਵੇਰ ਦੇ ਦੀਵਾਨਾਂ 'ਚ ਗੁਰਬਾਣੀ ਦੀ ਕਥਾ ਗੁਰੂ ਕਾਲ ਤੋਂ ਚੱਲੀ ਆਉਂਦੀ ਹੈ। ਇਹ ਗੁਰੂ ਘਰ ਦੀ ਮਰਜ਼ਾਦਾ ਹੈ, ਪਰੰਪਰਾ ਹੈ। ਆਪ ਜੀ ਸਤਿਗੁਰਾਂ ਦਾ ਪਾਵਨ ਇਤਿਹਾਸ ਬੜੇ ਪ੍ਰੇਮ ਨਾਲ, ਬੜੀ ਸ਼ਰਧਾ ਭਾਵਨਾ ਨਾਲ ਸਰਵਣ ਕਰ ਰਹੇ ਹੋ। ਜਦੋਂ ਬਾਬਾ ਮੱਖਣ ਸ਼ਾਹ ਲਵਾਣਾ 22 ਗੁਰੂਆਂ ਨੂੰ ਮੱਥੇ ਟੇਕ ਬੈਠਾ, ਕਿਸੇ ਤੋਂ ਵੀ ਮਨ ਦੀ ਨਿਸ਼ਾ ਨਹੀਂ ਹੋਈ। ਕੋਈ ਵੀ ਉਹਦੇ ਮਨ ਦਾ ਫੁਰਨਾ ਨਹੀਂ ਬੁੱਝ ਸਕਿਆ। ਫਿਰ ਉਸਨੇ ਪੁੱਛਿਆ ਵੀ ਇੱਥੇ ਕੋਈ ਹੋਰ ਵੀ ਮਹਾਂਪੁਰਸ਼ ਰਹਿੰਦੇ ਆ ਬਕਾਲੇ ਵਿੱਚ? ਕਹਿਣ ਲੱਗੇ ਜੀ ਹਾਂ ਇੱਕ ਰਹਿੰਦੇ ਆ, ਪਰ ਮਸਤਾਨੇ ਆ, ਉਹ ਤਾਂ ਕਿਸੇ ਨਾਲ ਬੋਲਦੇ ਚਾਲਦੇ ਨਹੀਂ। ਤੇਗ ਬਹਾਦਰ ਉਹਨਾਂ ਦਾ ਨਾਮ ਹੈ। ਗੁਰੂ ਹਰਗੋਬਿੰਦ ਸਾਹਿਬ ਦੇ ਛੋਟੇ ਪੁੱਤਰ ਹਨ। ਬਾਬਾ ਮੱਖਣ ਸ਼ਾਹ ਉੱਥੇ ਪਹੁੰਚ ਗਿਆ ਜਿੱਥੇ ਮਹਾਰਾਜ ਭੌਰੇ 'ਚ ਤਪ ਕਰ ਰਹੇ ਸਨ। ਜਦੋਂ 2 ਬੋਹਰਾਂ ਧਰ ਕੇ ਮੱਥਾ ਟੇਕਿਆ ਤੇ ਸਤਿਗੁਰੂ ਕਹਿਣ ਲੱਗੇ, ਮੱਖਣ ਸ਼ਾਹ, ਜਦੋਂ ਜਹਾਜ਼ ਡੁੱਬ ਰਿਹਾ ਸੀ ਉਦੋਂ ਤੇ ਅਰਦਾਸਾਂ ਕਰਦਾ ਸੀ ਵੀ 500 ਮੋਹਰਾਂ ਅਰਦਾਸ ਕਰਾਵਾਂਗਾ, ਮੱਥਾ ਟੇਕਾਂਗਾ, ਤੇ ਹੁਣ 2 ਨਾਲ ਸਾਰਦਾ। ਗੁਰੂ ਘਰ ਦਾ ਦਸਵੰਧ ਨਹੀਂ ਰੱਖੀਦਾ ਹੁੰਦਾ, ਗੁਰੂ ਘਰ ਦੀ ਸੁਖਣਾ ਨਹੀਂ ਰੱਖੀਦੀ ਹੁੰਦੀ। ਇਹ ਜਦੋਂ ਬਚਨ ਮਹਾਰਾਜ ਨੇ ਕਹੇ, ਸਤਿਗੁਰਾਂ ਦੇ ਬਚਨ ਸੁਣ ਕੇ ਸਾਧ ਸੰਗਤ ਜੀ ਮਨ ਬਾਗੋ ਬਾਗ ਹੋ ਗਿਆ। ਕਿੰਨਾ ਕੁ ਪ੍ਰਸੰਨ ਹੋਇਆ, ਕਿੰਨੀ ਕੁ ਖੁਸ਼ੀ ਹੋਈ, ਕਿੰਨਾ ਕੁ ਆਨੰਦ ਆਇਆ। ਕਵੀ ਜੀ ਨੇ ਕੱਲ੍ਹ ਦੇ ਪ੍ਰਕਰਣ 'ਚ ਆਪ ਜੀ ਨੂੰ ਸਰਵਣ ਕਰਾਇਆ। ਇਸ ਤੋਂ ਅਗਲੀ ਕਥਾ ਅੱਜ ਦੇ ਪ੍ਰਕਰਣਾਂ ਵਿੱਚ ਸਰਵਣ ਕਰੀਏ। ਮਨ ਬਿਰਤੀਆਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ 9ਵੇਂ ਪਾਤਸ਼ਾਹ ਦੇ ਚਰਨਾਂ 'ਚ ਜੋੜੀਏ। ਪਿਆਰ ਨਾਲ ਆਖੀਏ ਸਤਨਾਮ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮੱਖਣ ਤੀਰਜ ਤਰ ਰਤਾ। ਬਾਬਾ ਮੱਖਣ ਸ਼ਾਹ ਹੁਣ ਮਨ 'ਚ ਹੌਸਲਾ ਕਰਕੇ, ਧੀਰਜ ਕਰਕੇ, ਹੱਥ ਬੰਦ ਕਰ ਦੋਏ। ਦੋਵੇਂ ਹੱਥ ਜੋੜ ਕੇ ਨਮਸਕਾਰ ਕਰ ਪੁਨਹ ਪੁਨ। ਬਾਰ-ਬਾਰ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਤੇ ਮੱਥੇ ਟੇਕੀ ਜਾਂਦਾ ਹੈ। ਭਿਖ ਭਿਖ ਹਰਕਤ ਸੋਏ। ਔਰ ਸਤਿਗੁਰਾਂ ਨੂੰ ਵੇਖ ਵੇਖ ਕੇ ਬਾਗੋ ਬਾਗ ਹੋ ਗਿਆ। ਮਨ ਦੀ ਸਾਰੀ ਭਰਮ ਭੁਲੇਖਾ ਜਿਹੜਾ ਸੀ ਨਾ ਮਨ ਦਾ, ਉਹ ਦੂਰ ਹੋ ਗਿਆ।
ਤੇ ਸਭ ਆਨੰਦ ਹੀ ਆਨੰਦ ਬਣ ਗਿਆ ਹੈ। ਚੌਪਈ ਹੈ ਸਤਿਗੁਰ ਪੂਰਨ ਕਰ ਦਇਆ। हे ਸਤਿਗੁਰੂ, ਆਪ ਜੀ ਬੜੇ ਪੂਰਨ ਪਰਮੇਸ਼ਰ ਹੋ ਤੇ ਬੜੀ ਦਇਆ ਕੀਤੀ ਹੈ। ਸਾਗਰ ਪਤਾ ਜੋ ਰਾਵਰ ਦਇਆ। ਆਪ ਜੀ ਨੇ ਮੈਨੂੰ ਸਮੁੰਦਰ ਦਾ ਸਾਰਾ ਜੋ ਪਤਾ ਦਿੱਤਾ ਹੈ, ਐਡਰੈਸ ਦਿੱਤਾ ਹੈ, ਜਿਹੜੀ ਗੱਲ ਉੱਥੇ ਹੋਈ ਸੀ ਉਹ ਸਾਰੀ ਆਪ ਜੀ ਨੇ ਇਨ ਬਿਨ ਦੱਸ ਦਿੱਤੀ ਹੈ। ਨਯੋ ਜਨਮ ਹੋਵਤ ਪਾਵੋਰਾ। ਇਹ ਸੁਣ ਕੇ ਮੇਰਾ ਨਵਾਂ ਜਨਮ ਹੋਇਆ ਹੈ। ਮੈਂ ਅੱਜ ਮਰ ਜਾਣਾ ਸੀ, ਕਿਉਂਕਿ ਬਾਬੇ ਮੱਖਣ ਸ਼ਾਹ ਨੇ ਪਰਨ ਕਰ ਲਿਆ ਸੀ, ਜੇ ਅੱਜ ਗੁਰੂ ਸਾਹਿਬ ਦੇ ਦਰਸ਼ਨ ਨਾ ਹੋਏ ਤੇ ਮੈਂ ਪ੍ਰਸ਼ਾਦਾ ਨਹੀਂ ਛਕਾਂਗਾ। ਜਿੰਨਾ ਚਿਰ ਦਰਸ਼ਨ ਨਹੀਂ ਹੁੰਦੇ ਉਹਨਾਂ ਚਿਰ ਮੈਂ ਪਾਣੀ ਵੀ ਨਹੀਂ ਪੀਵਾਂਗਾ। ਮਰ ਜਾਵਾਂਗਾ ਪਰ ਗੁਰੂ ਦੇ ਦਰਸ਼ਨਾਂ ਤੋਂ ਬਿਨਾਂ ਬਕਾਲੇ ਤੋਂ ਵਾਪਸ ਨਹੀਂ ਜਾਵਾਂਗਾ। ਐਡਾ ਵੱਡਾ ਨਿਸ਼ਚਾ ਕਰ ਲਿਆ, ਜਾਨ ਦੀ ਬਾਜੀ ਲਾਤੀ ਤੇ ਗੁਰੂ ਸਾਹਿਬ ਨੇ ਉਹਦੀ ਬਾਹ ਫੜ ਲਈ। ਕਹਿੰਦੇ ਸੱਚੇ ਪਾਤਸ਼ਾਹ ਆਪਨੇ ਦਇਆ ਬੜੀ ਕੀਤੀ ਹੈ। ਕਰਿਓ ਨਿਵਾਰਣ ਸੰਕਟ ਘੋਰਾ। ਮੇਰਾ ਬੜਾ ਵੱਡਾ ਸੰਕਟ ਸੀ, ਕਸ਼ਟ ਸੀ, ਜਿਹੜਾ ਆਪ ਜੀ ਨੇ ਨਿਵਾਰ ਦਿੱਤਾ ਹੈ। ਸਕਲ ਜਗਤ ਪੂਰਨ ਧਨ ਧਾਨ। ਇਹ ਮਹਾਰਾਜ ਆਪ ਜੀ ਦੀ ਕਿਰਪਾ ਹੋਈ ਹੈ। ਆਪ ਜੀ ਦੀ ਕਿਰਪਾ ਨਾਲ ਸਭ ਕੁਝ ਮੇਰੇ ਕੋਲ ਹੈ। ਸਭ ਕੇ ਭਰਤਾ ਆਪ ਮਹਾਨ। ਸਭ ਕੁਝ ਆਪ ਦਾ ਦਿੱਤਾ ਹੋਇਆ, ਕਿਉਂਕਿ ਸੰਸਾਰ ਦੇ ਵਿੱਚ ਜਿੰਨਾ ਵੀ 84 ਲੱਖ ਜੂਨਾਂ ਦਾ ਵਰਤਾਰਾ ਹੈ, ਪਸ਼ੂ ਪੰਛੀ ਕੀੜੇ ਮਕੌੜੇ, ਜੰਗਲਾਂ ਵਿੱਚ, ਪਹਾੜਾਂ ਵਿੱਚ, ਸਮੁੰਦਰਾਂ ਵਿੱਚ, ਦੇਸ਼ਾਂ ਵਿੱਚ, ਪ੍ਰਦੇਸ਼ਾਂ ਵਿੱਚ ਜਿਤਨੇ ਜੀਵ ਜੰਤੂ ਰਹਿੰਦੇ ਆ, ਸਭ ਦਾ ਪੇਟ ਭਰਨ ਵਾਲੇ ਆਪ ਜੀ ਹੋ। ਤੇ ਆਹਾਰ ਸਭ ਕੋ ਪ੍ਰਤਪਾਰਹੁ। ਆਪ ਜੀ ਸਾਰਿਆਂ ਨੂੰ ਰੋਜੀ ਰੋਟੀ ਦਿੰਦੇ ਹੋ, ਸਭ ਦਾ ਪੇਟ ਭਰਦੇ ਹੋ ਸੱਚੇ ਪਾਤਸ਼ਾਹ ਜੀ। ਆਪ ਜੀ ਨੇ ਸੈਲ ਪੱਥਰ ਮੈਂ ਜੰਤ ਉਪਾਏ, ਤਾਕਾ ਰਿਜਕ ਆਗੇ ਕਰ ਧਰਿਆ। ਪੱਥਰ ਦੇ ਕੀੜੇ ਨੂੰ ਵੀ ਰੋਜੀ ਦਿੰਦੇ ਹੋ ਆਪ ਜੀ। ਕੋਟ ਅਨੰਤ ਸੋ ਜੀਵ ਸੰਭਾਰਹੁ। हे ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਜੀ ਆਪਣੇ ਕਰੋੜਾਂ ਜੀਵਾਂ ਦੀ ਸੰਭਾਲ ਕਰਨ ਵਾਲੇ ਹੋ। ਮੁਝ ਤੇ ਧਨ ਨਾ ਚਾਹਿਓ ਹੈ ਨਾਥ। हे ਮਹਾਰਾਜ ਆਪ ਜੀ ਨੇ ਮੇਰੇ ਤੋਂ ਮਾਇਆ ਨਹੀਂ ਮੰਗੀ। ਜਿਹੜਾ ਆਪ ਜੀ ਨੇ ਬਚਨ ਕਿਹਾ ਹੈ ਨਾ ਵੀ 500 ਮੋਹਰਾਂ ਸੁੱਕ ਕੇ ਤੇ ਹੁਣ 2 ਮੋਹਰਾਂ ਨਾਲ ਕੰਮ ਸਾਰਦਾ ਹੈ, ਇਹ ਤੁਸੀਂ ਮੇਰੇ ਕੋਲੋਂ ਮਾਇਆ ਨਹੀਂ ਮੰਗੀ। ਕੋਈ ਮਾਇਆ ਦਾ ਲਾਲਚ ਨਹੀਂ ਹੈ ਤੁਹਾਨੂੰ, ਕਿਉਂਕਿ ਤੁਸੀਂ ਸਾਰੀ ਦੁਨੀਆ ਨੂੰ ਦੇਣ ਵਾਲੇ ਹੋ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਅਸੀਂ ਤਾਂ ਮਹਾਰਾਜ ਤੁਹਾਡੇ ਦਰ ਦੇ ਮੰਗਤੇ ਹਾਂ, ਦਾਤੇ ਤਾਂ ਆਪ ਹੋ ਸਤਿਗੁਰੂ ਜੀ। ਕਰਿਓ ਜਿਆਵਨ ਇਸ ਮਿਸ ਸਾਥ। ਆਪ ਜੀ ਨੇ ਮੇਰੇ ਕੋਲੋਂ ਆਪਣਾ ਦਸਵੰਧ ਮੰਗ ਕੇ ਮੈਨੂੰ ਜਿੰਦਾ ਕੀਤਾ ਹੈ। ਇਹ ਬਹਾਨਾ ਸੀ ਤੁਹਾਡਾ ਮਾਇਆ ਮੰਗਣ ਦਾ। ਅਸਲ ਵਿੱਚ ਮਾਇਆ ਤੁਸੀਂ ਮੰਗੀ ਨਹੀਂ, ਮੈਨੂੰ ਜ਼ਿੰਦਗੀ ਦਿੱਤੀ ਹੈ। ਸਭ ਦੇ ਵੱਡੇ ਭਾਗ ਹੈ ਮੇਰੇ ਵੱਡੇ ਭਾਗ ਨੇ ਸੱਚੇ ਪਾਤਸ਼ਾਹ ਜੀ। ਪੂਰ ਮਨੋਰਥ ਦਰਸ਼ਨ ਹੈਰੇ। ਮੇਰਾ ਮਨੋਰਥ ਪੂਰਾ ਹੋ ਗਿਆ, ਮੈਂ ਆਪ ਜੀ ਦੇ ਦਰਸ਼ਨ ਕਰ ਲਏ ਨੇ। ਦਰਸ਼ਕਰ ਸਾਧਨ ਸਾਧਤ ਜੈਸੇ। ਇਹ ਸਤਿਗੁਰੂ ਜੀ, ਜੇ ਕੋਈ ਸਾਧਕ ਜੋਗੀ, ਕੋਈ ਤਪਸਵੀ ਬਹੁਤ ਕਠਿਨ ਸਾਧਨਾ ਕਰਦਾ ਹੋਵੇ, ਫਲ ਪ੍ਰਾਪਤ ਮੇਰੀ ਕਤ ਤੈਸੇ। ਤੇ ਉਹਨੂੰ ਉਹਦੀ ਸਾਧਨਾ ਦਾ ਫਲ ਮਿਲ ਜਾਵੇ। ਕੋਈ ਜੋਗੀ ਯੋਗ ਸਾਧਨਾ ਕਰਦਾ ਹੈ, ਕੋਈ 12 ਸਾਲਾਂ ਤੋਂ, ਕੋਈ 24 ਸਾਲਾਂ ਤੋਂ, ਕੋਈ ਬਹੁਤ ਹੋਰ ਲੰਮਾ ਸਮਾਂ, ਕਈ ਜਨਮਾਂ ਤੋਂ। ਕਈ ਵਾਰੀ ਜੋਗੀਆਂ ਨੂੰ ਯੋਗ ਸਾਧਨਾ ਕਰਦੇ 100 ਜਨਮ ਬੀਤ ਜਾਂਦੇ ਆ, ਤੇ ਉਹ ਜਿਹੜਾ ਉਹਨਾਂ ਦਾ ਫਲ ਹੁੰਦਾ ਉਹ ਬੜੀ ਮੁਸ਼ਕਲ ਨਾਲ ਹੱਥ ਆਉਂਦਾ। ਜਦੋਂ ਉਹਨਾਂ ਦਾ ਫਲ ਉਹਨਾਂ ਨੂੰ ਮਿਲ ਜਾਂਦਾ ਤੇ ਉਦੋਂ ਫਿਰ ਉਹ ਖੁਸ਼ ਹੋ ਜਾਂਦੇ, ਉਹਨਾਂ ਦੀ ਘਾਲਣਾ ਸਫਲ ਹੋ ਜਾਂਦੀ ਹੈ। ਮਹਾਰਾਜ ਮੈਂ ਇਦਾਂ ਸਮਝਦਾ ਵੀ ਮੇਰੀ ਵੀ ਘਾਲਣਾ ਸਫਲ ਹੋ ਗਈ ਹੈ, ਮੈਨੂੰ ਮੇਰੀ ਘਾਲਣਾ ਦਾ ਫਲ ਮਿਲ ਗਿਆ ਹੈ। ਵੱਡੇ ਪ੍ਰਵਾਹ ਵਿਖੇ ਬਹੁ ਬਾਹਿਓ। ਇਹ ਸੱਚੇ ਪਾਤਸ਼ਾਹ, ਜਿਵੇਂ ਕੋਈ ਬੰਦਾ ਬਹੁਤ ਤੇਜ਼ ਨਦੀ 'ਚ ਰੁੜਦਾ ਜਾਂਦਾ ਹੋਵੇ, ਚਹੁੰਦਿਸ਼ ਤੇ ਅਲੰਬ ਨਹ ਲਹਿਓ। ਤੇ ਉਹਨੂੰ ਰੁੜਦੇ ਜਾਂਦੇ ਨੂੰ ਕੋਈ ਸਹਾਰਾ ਨਾ ਹੋਵੇ। ਪਾਣੀ ਦੇ ਵਿੱਚ, ਦਰਿਆ ਦੇ ਵਿੱਚ ਰੁੜ ਰਿਹਾ ਹੋਵੇ, ਪਾਣੀ ਠਾਠਾ ਮਾਰਦਾ ਹੋਵੇ, ਗੋਤੇ ਖਾਂਦਾ ਹੋਵੇ ਬੰਦਾ, ਉਹਨੂੰ ਕਿਸੇ ਪਾਸੇ ਉਹਨੂੰ ਬਚਾਉਣ ਵਾਲਾ ਕੋਈ ਮਦਦਗਾਰ ਨਾ ਹੋੜੇ, ਤਿਸ ਕੋ ਨੌਕਾ ਪ੍ਰਾਪਤ ਹੋਏ। ਤੇ ਉਹਨੂੰ ਡੁੱਬਦੇ ਹੋਏ ਨੂੰ ਕਿਸ਼ਤੀ ਜਹਾਜ਼ ਮਿਲ ਜਾਵੇ। ਕੋਈ ਬੇੜੀ ਵਾਲਾ ਆ ਕੇ ਉਹਨੂੰ ਡੁੱਬਦੇ ਨੂੰ ਕੱਢ ਕੇ ਆਪਣੀ ਬੇੜੀ 'ਚ ਭਾ ਲਵੇ। ਏਦਾਂ ਮੈਂ ਡੁੱਬ ਰਿਹਾ ਸੀਗਾ, ਤੇ ਤੁਸੀਂ ਮਹਾਰਾਜ ਮੈਨੂੰ ਆਪਣੇ ਜਹਾਜ਼ ਤੇ ਚੜਾ ਲਿਆ ਹੈ। ਮੈਂ ਆਪਣੀ ਗਤ ਜਾਣੋ ਸੋਏ। ਮਹਾਰਾਜ ਮੈਂ ਆਪਣੀ ਗਤ ਏਦਾਂ ਨਹੀਂ ਜਾਣਦਾ, ਮੈਂ ਆਪਣਾ ਹਾਲ ਏਦਾਂ ਸਮਝਦਾ ਹਾਂ ਵੀ ਮੈਨੂੰ ਡੁੱਬਦੇ ਨੂੰ ਤੁਸੀਂ ਬੰਨੇ ਲਾ ਦਿੱਤਾ ਹੈ।
ਜਿਮ ਸ਼ਤਰੂ ਕੇ ਬਸ ਕੋ ਪਰਿਓ। ਜਿਵੇਂ ਕੋਈ ਬੰਦਾ ਦੁਸ਼ਮਣ ਦੇ ਵਸ ਪਿਆ ਹੋਵੇ, ਕੋਈ ਜੇਲ੍ਹ ਵਿੱਚ ਪਿਆ ਹੋਵੇ, ਛੁਟ ਹੈ ਰਾਜ ਲੈ ਤਿਮ ਦੁਖ ਹਰਿਓ। ਤੇ ਉਹਨੂੰ ਕੋਈ ਆ ਕੇ ਜੇਲ੍ਹ ਤੋਂ ਛੁਡਾ ਲਵੇ, ਦੁਸ਼ਮਣ ਕੋਲੋਂ ਛੁਡਾ ਕੇ ਤੇ ਰਾਜ ਗੱਦੀ ਤੇ ਬਹਾ ਦੇਵੇ। ਇੱਕ ਪਾਸੇ ਤੇ ਫਾਂਸੀ ਲੱਗਣੀ ਸੀ ਤੇ ਦੂਜੇ ਪਾਸੇ ਉਹਨੂੰ ਰਾਜ ਤਖਤ ਮਿਲ ਗਿਆ। ਇਹ ਮਹਾਰਾਜ ਮੇਰੇ ਨਾਲ ਹੋਇਆ। ਜੇ ਅੱਜ ਤੁਸੀਂ ਮੈਨੂੰ ਨਾ ਮਿਲਦੇ ਤਾਂ ਮੈਂ ਮਰ ਜਾਣਾ ਸੀ। ਜਥਾ ਜੀਵ ਕੋ ਗਹਿ ਲੈ ਜਾਹੀ। ਹੋਰ ਬੜੀਆਂ ਮਿਸਾਲਾਂ ਬਾਬਾ ਮੱਖਣ ਸ਼ਾਹ ਦੇਈ ਜਾਂਦਾ। ਉਹ ਕਹਿੰਦਾ ਜਿਵੇਂ ਕਿਸੇ ਬੰਦੇ ਨੂੰ ਜਮਦੂਤ ਲੈ ਜਾਂਦੇ ਨੇ ਜਮ ਕੇ ਕਰਤਾ ਰਹਿ ਦੁਖ ਮਾਹੀ। ਤੇ ਉਹ ਬੰਦਾ ਪਾਪੀ ਹੁੰਦਾ। ਉਸ ਪਾਪੀ ਬੰਦੇ ਨੂੰ ਜਮ ਡੰਡੇ ਮਾਰਦੇ ਨੇ, ਤੇਲ ਦਿਆਂ ਕੜਾਹਿਆਂ ਵਿੱਚ ਤਲਦੇ ਨੇ, ਕਹਾਣੀਆਂ 'ਚ ਪੀੜਦੇ ਨੇ, ਉਹਨੂੰ ਬੜੇ ਬੜੇ ਭਾਰੀ ਦੁੱਖ ਤਸੀਹੇ ਨਰਕਾਂ 'ਚ ਦਿੰਦੇ ਨੇ। ਤੇ ਉਹ ਜੀਵ ਉੱਥੇ ਚੀਕਾ ਮਾਰਦਾ, ਹਾਏ ਹਾਏ ਕਰਦਾ ਤੇ ਹੈ ਕਰਕੇ ਓਏ ਕਰੇਨ ਉੱਥੇ ਹਾਹਾਕਾਰ ਮਚੀ ਹੁੰਦੀ ਹੈ। ਉਹ ਜੀਵ ਦੀ ਬੜੀ ਮਾੜੀ ਹਾਲਤ ਹੁੰਦੀ ਹੈ। ਹਾਂਜੀ, ਪਾਇਓ ਚਾਹ ਨਰਕ ਮਹਿ ਸੋਏ। ਤੇ ਜਮਦੂਤ ਉਹਨੂੰ ਨਰਕਾਂ 'ਚ ਲੈ ਜਾ ਰਹੇ ਹੋਣ, ਬੰਦੇ ਨੂੰ ਫੜ ਕੇ ਨਰਕਾਂ 'ਚ ਪਾਣਾ ਹੋਵੇ ਤਿਸ ਕੋ ਸੁਰਗ ਦੇਹ ਜਿਮ ਕੋਏ। ਤੇ ਅਚਾਨਕ ਉਹਨੂੰ ਰਸਤੇ 'ਚੋਂ ਕੋਈ ਬਾਹ ਫੜ ਕੇ ਸਵਰਗਾਂ 'ਚ ਲੈ ਜਾਵੇ। ਜਾ ਰਿਹਾ ਸੀ ਨਰਕਾਂ ਵਿੱਚ ਤੇ ਅੱਗੋਂ ਕੋਈ ਇਹੋ ਜਿਹਾ ਮਹਾਂਪੁਰਸ਼ ਮਿਲ ਜਾਵੇ, ਉਹਨੂੰ ਕਹੇ ਵੀ ਇਹਨੂੰ ਨਰਕਾਂ 'ਚ ਨਹੀਂ ਲੈ ਕੇ ਜਾਣਾ, ਮੈਂ ਇਹਨੂੰ ਸਵਰਗਾਂ 'ਚ ਲੈ ਚੱਲਿਆ। ਮਹਾਰਾਜ ਜਿਵੇਂ ਅਜਾਮਲ ਪਾਪੀ ਨਰਕਾਂ ਨੂੰ ਜਾ ਰਿਹਾ ਸੀ, ਅਖੀਰਲਾ ਸਮਾਂ ਸੀ, ਸਾਹਮਣੇ ਜਮਦੂਤ ਆ ਗਏ ਸੀ ਤੇ ਜਾਨ ਕੱਢ ਰਹੇ ਸੀ। ਉਦੋਂ ਨਰੈਣ ਦੀ ਯਾਦ ਆ ਗਈ ਸੀ ਉਹਨੂੰ ਤੇ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਨ ਕਰਕੇ ਅਖੀਰਲੇ ਸਮੇਂ ਅੰਤਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਬਦਤ ਤਲੋਚਨ ਤੇਰਾ ਮੁਕਤਾ ਪੀਤਾੰਬਰ ਵਾਕੇ ਹਿਰਦੇ ਵਸੇ। ਉਹ ਮੁਕਤ ਹੋ ਕੇ ਸੱਚਖੰਡ ਚਲਾ ਗਿਆ ਸੀ। ਏਦਾਂ ਮਹਾਰਾਜ ਮੈਂ ਵੀ ਨਰਕਾਂ 'ਚ ਜਾ ਰਿਹਾ ਸੀ, ਤੁਸੀਂ ਮੈਨੂੰ ਸੱਚਖੰਡ ਦੀ ਸੈਰ ਕਰਾ ਦਿੱਤੀ ਹੈ। ਜਥਾ ਗਇਓ ਨਰ ਕੋ ਪਰਦੇਸ਼। ਤੇ ਹੋਰ ਮਿਸਾਲ ਬਾਬਾ ਮੱਖਣ ਸ਼ਾਹ ਦੇਈ ਜਾ ਰਿਹਾ। ਉਹ ਕਹਿੰਦਾ ਜਿਵੇਂ ਕੋਈ ਬੰਦਾ ਪ੍ਰਦੇਸ਼ ਵਿੱਚ ਗਿਆ ਹੋਵੇ, ਦੂਸਰੇ ਮੁਲਕ ਵਿੱਚ ਗਿਆ ਹੋਵੇ ਪਰੇ ਉਜਾਰ ਭ੍ਰਮਤ ਸੋ ਕਲੇਸ਼। ਤੇ ਉਥੇ ਉਜਾੜ ਵਿੱਚ ਭਟਕ ਰਿਹਾ ਹੋਵੇ, ਉਹਨੂੰ ਕੋਈ ਉਹਦਾ ਜਾਣ ਪਛਾਣ ਨਾ ਹੋਵੇ, ਉਹਦਾ ਕੋਈ ਮਦਦਗਾਰ ਨਾ ਹੋਵੇ, ਉਹਦੀ ਕੋਈ ਗੱਲਬਾਤ ਸੁਣਨ ਵਾਲਾ ਨਾ ਹੋਵੇ, ਖਾਨ ਪਾਨ ਬਿਨ ਮ੍ਰਿਤਕ ਸਮਾਨਾ। ਤੇ ਉਹਨੂੰ ਨਾ ਖਾਣ ਨੂੰ ਰੋਟੀ ਹੋਵੇ, ਨਾ ਪੀਣ ਨੂੰ ਪਾਣੀ ਹੋਵੇ, ਨਾ ਪਹਿਨਣ ਨੂੰ ਕੱਪੜਾ ਹੋਵੇ, ਘਰ ਪਹੁੰਚਾਏ ਤੇ ਮੈਂ ਤਿਮ ਜਾਨਾ। ਤੇ ਉਹ ਜੰਗਲ 'ਚ ਭਟਕ ਰਿਹਾ ਹੋਵੇ, ਪਰ ਪਰੇਸ਼ਾਨ ਹੋ ਰਿਹਾ ਹੋਵੇ ਤੇ ਕੋਈ ਉਹਨੂੰ ਬਾਂਹ ਤੋਂ ਫੜ ਕੇ ਉਹਦੇ ਘਰ ਛੱਡ ਆਵੇ। ਹੁਣ ਘਰ ਵਰਗਾ ਸੁੱਖ ਬਾਹਰ ਤਾਂ ਹੁੰਦਾ ਨਹੀਂ। ਜਿਹੜਾ ਘਰ ਦਾ ਸੁੱਖ ਹੈ, ਜੋ ਸੁੱਖ ਛੱਜੂ ਦੇ ਚਬਾਰੇ, ਨਾ ਬਲਖ ਨਾ ਬੁਖਾਰੇ, ਤੇ ਉਹ ਜਿਹੜਾ ਸੁੱਖ ਘਰ ਦਾ ਮਿਲ ਜਾਵੇ। ਦੀਨ ਜਾਨ ਦੀ ਨਿਸਤਮ ਦਾਨਾ। ਏਦਾਂ ਮਹਾਰਾਜ ਮੈਂ ਭਟਕ ਰਿਹਾ ਸੀ, ਤੁਸੀਂ ਮੈਨੂੰ ਆਪਣੇ ਘਰ ਪਹੁੰਚਾ ਲਿਆ, ਆਪਣੇ ਚਰਨਾਂ 'ਚ ਥਾਂ ਦੇਤੀ ਹੈ, ਕਿਉਂਕਿ ਸਿੱਖ ਦਾ ਘਰ ਤੇ ਗੁਰੂ ਦੇ ਚਰਨਾਂ 'ਚ ਹੀ ਹੁੰਦਾ ਹੈ। ਤੇ ਮਹਾਰਾਜ ਤੁਸੀਂ ਦੀਨ ਜਾਣ ਕੇ, ਗਰੀਬ ਜਾਣ ਕੇ ਮੈਨੂੰ ਇਹ ਨਵਾਂ ਜੀਵਨ ਦਾ ਦਾਨ ਦਿੱਤਾ ਹੈ। ਭਇਓ ਮ੍ਰਿਤਕ ਮੈਂ ਪਾਇਓ ਪ੍ਰਾਨਾ। ਮੈਂ ਮਰ ਗਿਆ ਸੀ ਸਮਝ, ਤੇ ਆਪ ਜੀ ਨੇ ਪ੍ਰਾਣ ਪਾ ਦਿੱਤੇ ਹਨ, ਦਰਸ਼ਨ ਦੇ ਕੇ, ਆਪਣੇ ਬਚਨ ਕਹਿ ਕੇ। ਆ ਜਿਹੜਾ ਤੁਸੀਂ ਮੈਨੂੰ ਸਮੁੰਦਰ ਦਾ ਵਾਕਿਆ ਚੇਤੇ ਕਰਾਇਆ ਨਾ, ਮੈਂ ਇਹੀ ਕਰ ਸੁਣਨਾ ਚਾਹੁੰਦਾ ਸੀ। ਤੇ ਮੈਂ 22 ਗੁਰੂਆਂ ਕੋਲ ਗਿਆ ਮਹਾਰਾਜ, ਕਿਤੋਂ ਮੈਨੂੰ ਖੈਰ ਨਹੀਂ ਪਈ। ਮੈਂ ਨਿਰਾਸ਼ ਹੋ ਗਿਆ ਸੀ, ਮੈਂ ਉਦਾਸ ਹੋ ਗਿਆ ਸੀ। ਆਪ ਜੀ ਨੇ ਮੇਰੇ 'ਚ ਜਾਨ ਪਾ ਦਿੱਤੀ ਹੈ। ਅਤੇ ਗੁਪਤ ਮਮ ਕਾਰਨ ਕਰਕੇ। ਇਹ ਸਤਿਗੁਰੂ ਤੁਸੀਂ ਤਾਂ ਗੁਪਤ ਸੀਗੇ ਤੇ ਗੁਪਤ ਹੀ ਰਹਿਣਾ ਚਾਹੁੰਦੇ ਸੀ, ਪਰਮੇਸ਼ਰ ਦਾ ਭਜਨ ਕਰਨਾ ਚਾਹੁੰਦੇ ਸੀ, ਤੇ ਆਪ ਜੀ ਮਹਾਰਾਜ ਸਿਰਫ ਮੇਰੀ ਜਾਨ ਬਚਾਉਣ ਵਾਸਤੇ ਪ੍ਰਗਟ ਹੋ ਗਏ ਹੋ। ਪਏ ਪ੍ਰਗਟ ਤੁਮ ਆਪ ਉਚਰ ਕੇ। ਆਪਣੇ ਮੁਖ ਤੋਂ ਜਿਹੜਾ ਬਚਨ ਤੁਸੀਂ ਮੈਨੂੰ ਦੱਸਿਆ ਨਾ ਮਹਾਰਾਜ, ਹੁਣ ਤੁਸੀਂ ਲੁਕ ਨਹੀਂ ਸਕਦੇ। ਹੁਣ ਤੁਸੀਂ ਪ੍ਰਗਟ ਹੋ ਗਏ ਹੋ ਤੇ ਹੁਣ ਮਹਾਰਾਜ ਮੈਂ ਸੰਗਤ ਨੂੰ ਦੱਸਾਂਗਾ। ਇਹ ਜਸ ਮੋਹ ਦੀਨ ਵਿਸਾਲਾ। ਇਹ ਤੁਸੀਂ ਮੈਨੂੰ ਸੋਭਾ ਦਿੱਤੀ ਹੈ, ਮੇਰਾ ਨਾਂ ਜੁੜ ਗਿਆ ਇਸ ਇਤਿਹਾਸ ਦੇ ਵਿੱਚ। ਸਾਧ ਸੰਗਤ ਜੀ, ਜਿੰਨਾ ਚਿਰ ਚੰਦ ਸੂਰਜ ਰਹੇਗਾ, ਬਾਬੇ ਮੱਖਣ ਸ਼ਾਹ ਦਾ ਪ੍ਰਸੰਗ ਵੀ ਚੱਲਦਾ ਰਹੇਗਾ। ਗੁਰੂ ਤੇਗ ਬਹਾਦਰ ਸਾਹਿਬ ਨੂੰ ਪ੍ਰਗਟ ਕੀਤਾ ਬਾਬੇ ਬਕਾਲੇ ਵਿੱਚੋਂ, ਇਹ ਭਾਈ ਮੱਖਣ ਸ਼ਾਹ ਦੇ ਸਿਰ ਸਿਹਰਾ ਰਹਿਣਾ ਹੈ। ਤੋ ਮੱਖਣ ਸ਼ਾਹ ਕਹਿੰਦਾ ਇਹ ਮੈਨੂੰ ਤੁਸੀਂ ਸੋਭਾ ਦਿੱਤੀ ਹੈ ਸਤਿਗੁਰੂ ਜੀ। ਹੈ ਮਮ ਭਾਗ ਵੱਡੇ ਇਸ ਕਾਲਾ। ਮੇਰੇ ਭਾਗ ਵੱਡੇ ਹਨ
ਕਿ ਮੈਨੂੰ ਪ੍ਰਤੱਖ ਪਰਮੇਸ਼ਰ ਗੁਰੂ ਨਾਨਕ ਸਾਹਿਬ ਦੇ 9ਵੇਂ ਸਰੂਪ ਦੇ ਦਰਸ਼ਨ ਹੋ ਰਹੇ ਹਨ। ਅੰਤਰ ਬ੍ਰਿਤੀ ਆਪ ਨਿਤ ਰਹੋ। ਆਪ ਜੀ ਤਾਂ ਮਹਾਰਾਜ ਆਪਣੀ ਬਿਰਤੀ ਅੰਤਰਮੁਖੀ ਕਰਕੇ ਰੱਖਦੇ ਹੋ। ਆਪ ਜੀ ਤਾਂ ਸੰਸਾਰ ਵਾਲੀ ਬਿਰਤੀ ਨਹੀਂ ਰੱਖਦੇ। ਬ੍ਰਹਮਾਨੰਦ ਸਦਾ ਉਰ ਲਹੋ। ਸਦਾ ਬ੍ਰਹਮ ਆਨੰਦ ਵਿੱਚ ਲੀਨ ਰਹਿੰਦੇ ਹੋ ਮਹਾਰਾਜ। ਸੰਸਾਰ ਤੋਂ ਕੀ ਲੈਣਾ? ਇਹ ਸੰਸਾਰ ਤਾਂ ਝੂਠਾ ਹੈ। ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਸਣਹਾਰ। ਐਸਾ ਜਾਣ ਕੇ ਆਪ ਜੀ ਸੰਸਾਰ ਵੱਲੋਂ ਬੇਰੁਖੀ ਰੱਖਦੇ ਹੋ ਤੇ ਆਪਣੇ ਪਰਮੇਸ਼ਰ ਨਿਰੰਕਾਰ ਵਾਹਿਗੁਰੂ ਵਿੱਚ ਲਿਵ ਲਾਈ ਰੱਖਦੇ ਹੋ। 14 ਲੋਕਪਤੀ ਗਨਖਾਨੀ। ਇਹ ਮਹਾਰਾਜ ਤੁਸੀਂ 14 ਲੋਕਾਂ ਦੇ ਮਾਲਕ ਹੋ, ਗੁਣਾਂ ਦੀ ਖਾਨ ਹੋ। ਮੁਝ ਨਿਸ਼ਚਾਦੀ ਨਿਸ ਕਹਿ ਬਾਨੀ। ਆਪ ਜੀ ਨੇ ਮੇਰਾ ਨਿਸ਼ਚਾ ਪੱਕਾ ਕਰ ਦਿੱਤਾ। ਮੇਰਾ ਵਿਸ਼ਵਾਸ, ਸਿੱਖੀ, ਸਿਦਕ ਮੈਨੂੰ ਡੋਲਣ ਨਹੀਂ ਦਿੱਤਾ। ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਆਪ ਜੀ ਨੇ ਬੜੀ ਕਿਰਪਾ ਕੀਤੀ ਮੇਰੇ ਸਤਿਗੁਰੂ ਗਰੀਬ ਨਵਾਜ ਜੀ। ਸਭ ਤੇ ਛਪੇ ਰਹੇ ਨਹ ਜਾਣੇ। ਆਪ ਜੀ ਮਹਾਰਾਜ ਸਾਰਿਆਂ ਤੋਂ ਛੁਪ ਕੇ ਰਹੇ ਹੋ। ਆਪ ਜੀ ਸਭ ਤੋਂ ਗੁਪਤ ਰਹੇ ਹੋ। ਇੰਨੇ ਦਿਨਾਂ ਤੋਂ ਇੱਥੇ ਮੇਲਾ ਲੱਗਾ ਹੋਇਆ, 22 ਗੁਰੂ ਗੱਦੀਆਂ ਲਾ ਲਾ ਕੇ ਬੈਠੇ ਐ, ਪਰ ਆਪ ਜੀ ਨੇ ਗੱਦੀ ਨਹੀਂ ਲਾਈ। ਆਪ ਜੀ ਨੇ ਕੋਈ ਅਡੰਬਰ ਨਹੀਂ ਕੀਤਾ। ਆਪ ਜੀ ਇੱਕ ਭੋਰੇ ਵਿੱਚ ਗੁਪਤ ਬਹਿ ਕੇ ਪਰਮੇਸ਼ਰ ਦਾ ਭਜਨ ਕਰਦੇ ਰਹੇ ਹੋ। ਕਿਰਿਆ ਸੁਭਾਏ ਤੇ ਖਾਏ ਨ ਆਨੇ। ਆਪਣੀ ਕਿਰਿਆ, ਆਪਣਾ ਸੁਭਾਅ ਕਿਸੇ ਹੋਰ ਨੂੰ ਸ਼ੋਅ ਨਹੀਂ ਹੋਣ ਦਿੱਤਾ, ਪ੍ਰਗਟ ਨਹੀਂ ਹੋਣ ਦਿੱਤਾ। ਇੱਕ ਮੋਹ ਕਹਨ ਚ ਪਤਾ ਬਤਾਵਾ। ਬਸ ਇੱਕ ਮੈਨੂੰ ਹੀ ਆਪਣਾ ਪਤਾ ਦੱਸਿਆ ਹੈ, ਆਪਣੇ ਸਰੂਪ ਦੇ ਦਰਸ਼ਨ ਬਖਸ਼ੇ ਹਨ। ਅਪਰਸ ਨਹੀਂ ਪੇਵ ਤੁਮ ਪਾਵਾ। ਹੋਰ ਕਿਸੇ ਨੇ ਅਜੇ ਤੱਕ ਤੁਹਾਡਾ ਭੇਦ ਨਹੀਂ ਪਾਇਆ ਮਹਾਰਾਜ। ਇਹ ਜਿੰਨੇ ਵੀ ਇੱਥੇ ਲੋਕ ਫਿਰਦੇ ਨੇ, ਗੁਰੂ ਕੇ ਸਿੱਖ ਫਿਰਦੇ ਨੇ, ਇਹ ਵੀ ਵਿਚਾਰੇ ਸੋਚਦੇ ਨੇ ਵੀ ਪੂਰਾ ਗੁਰੂ ਕਿੱਥੇ ਹੈ, ਕਿਉਂਕਿ 22 ਮੰਜੀਆਂ ਲੱਗੀਆਂ ਹੋਈਆਂ ਵੇਖ ਕੇ ਵਿਚਾਰੇ ਬੜੇ ਉਦਾਸ ਹੁੰਦੇ ਹਨ। ਜਾਂ ਤੇ ਅਤ ਪ੍ਰਸੰਨਤਾ ਮੋਹੀ। ਇਸ ਕਰਕੇ ਸਾਡੇ ਮਨ ਵਿੱਚ, ਮੇਰੇ ਮਨ ਵਿੱਚ ਹੁਣ ਬੜੀ ਭਾਰੀ ਪ੍ਰਸੰਨਤਾ ਹੋਈ ਹੈ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਮੈਂ ਪ੍ਰਗਟ ਕਰ ਲਿਆ ਹੈ। ਸਤਿਗੁਰ ਕਰੁਣਾ ਨਿਜ ਪਰ ਜੋਹੀ। ਆਪ ਜੀ ਦੀ ਕਿਰਪਾ ਮੇਰੇ ਉੱਤੇ ਹੋਈ ਹੈ, ਮੈਂ ਦੇਖ ਰਿਹਾ ਹਾਂ। ਧੰਨ ਸਰੂਪ ਆਪ ਕੋ ਆਹ। ਇਹ ਸਤਿਗੁਰੂ ਆਪ ਦਾ ਸਰੂਪ ਧੰਨ ਹੈ। ਧੰਨ ਹੋ ਮੇਰੇ ਸਤਿਗੁਰੂ, ਆਪ ਧੰਨ ਹੋ। ਸਿੱਖ ਸਰਬੱਤ ਆਸਰੋ ਲਹ। ਇਹ ਜਿੰਨੇ ਵੀ ਸੰਸਾਰ ਦੇ ਵਿੱਚ ਸਿੱਖ ਹਨ, ਇਹ ਸਭ ਤੁਹਾਡੇ ਸਰੂਪ ਦੇ ਆਸਰੇ ਤੇ ਹਨ। ਇਹ ਤੁਹਾਡਾ ਹੀ ਓਟ ਆਸਰਾ ਰੱਖਦੇ ਹਨ। ਗੁਰੂ ਤੋਂ ਬਿਨਾਂ ਸਿੱਖ ਦਾ ਕੋਈ ਟਿਕਾਣਾ ਹੈ ਹੀ ਨਹੀਂ। ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਮਹਾਰਾਜ ਆਪ ਜੀ ਨੇ ਬੜੀ ਕਿਰਪਾ ਬਖਸ਼ਿਸ਼ ਕੀਤੀ ਹੈ। ਏਕ ਸ਼ਰਨ ਸਿੱਖਿਅਨ ਕੀ ਰਾਵਰ। ਇਹ ਮਹਾਰਾਜ ਸਾਡੇ ਸਿੱਖਾਂ ਦੀ ਓਟ, ਸਾਡੇ ਸਿੱਖਾਂ ਦਾ ਸਹਾਰਾ, ਸਾਡੇ ਸਿੱਖਾਂ ਦੀ ਟੇਕ ਤੁਸੀਂ ਹੋ ਮਹਾਰਾਜ ਜੀ। ਤੁਮ ਤਜ ਭ੍ਰਮ ਹੈ ਸੇ ਨ ਜਗ ਬਾਵਰ। ਜਿਹੜੇ ਆਪ ਜੀ ਜੈਸੇ ਸਤਿਗੁਰੂ ਨੂੰ ਛੱਡ ਕੇ ਭਟਕਦੇ ਹਨ, ਉਹ ਬੋਲੇ ਹਨ, ਉਹ ਬਾਵਰੇ ਹਨ, ਉਹ ਝੱਲੇ ਹਨ, ਉਹ ਮੂਰਖ ਹਨ। ਇਤਿਆਦਿਕ ਕਹਿ ਬਾਕ ਕਨੇਰੇ। ਇਸ ਤਰ੍ਹਾਂ ਦੇ ਬਚਨ ਬਾਬੇ ਮੱਖਣ ਸ਼ਾਹ ਨੇ ਬਹੁਤ ਕਹੇ ਹਨ। ਰਿਪਤ ਨ ਹੋਤ ਦਰਸ ਗੁਰ ਹੇਰੇ। ਤੇ ਮੱਖਣ ਸ਼ਾਹ ਮਹਾਰਾਜ ਦੇ ਦਰਸ਼ਨ ਕਰ ਕਰਕੇ ਰਜਦਾ ਹੀ ਨਹੀਂ। ਉਹ ਬਾਰ-ਬਾਰ ਸਤਿਗੁਰਾਂ ਦੇ ਦਰਸ਼ਨ ਹੀ ਕਰੀ ਜਾਂਦਾ ਹੈ। ਅਤੁਲਤ ਹਰਿ ਹਿਰਦੈ ਭਰ ਆਵਾ। ਭਾਈ ਮੱਖਣ ਸ਼ਾਹ ਦੇ ਮਨ ਵਿੱਚ ਅਤੁੱਲ ਬੇਸ਼ੁਮਾਰ ਖੁਸ਼ੀ ਆ ਗਈ। ਉਹ ਖੁਸ਼ੀ ਦਾ ਕੋਈ ਅੰਤ ਨਹੀਂ। ਉਹ ਖੁਸ਼ੀ ਮਿਲੀ ਨਹੀਂ ਜਾ ਸਕਦੀ। ਉਹ ਖੁਸ਼ੀ ਦਾ ਬਸ ਭਾਈ ਮੱਖਣ ਸ਼ਾਹ ਹੀ ਜਾਣਦਾ ਹੈ, ਜਿਸ ਨੂੰ ਉਹ ਖੁਸ਼ੀ ਪ੍ਰਾਪਤ ਹੋਈ ਹੈ। ਉਠਤ ਬੇਰਪਨ ਸੀਸ ਨਿਵਾਵਾ। ਭਾਈ ਮੱਖਣ ਸ਼ਾਹ ਏਦਾਂ ਪ੍ਰਸ਼ੰਸਾ ਦੇ ਬਚਨ ਗੁਰ ਕੀਰਤ ਕੋ ਅਪਰੋਖ ਕਰੇ। ਗੁਰੂ ਦੀ ਕੀਰਤੀ ਕਹਿੰਦੇ ਗੁਰੂ ਦੇ ਸਾਹਮਣੇ ਕਰਨੀ ਲੋੜੀਏ। ਤੋ ਭਾਈ ਮੱਖਣ ਸ਼ਾਹ ਗੁਰੂ ਸਾਹਿਬ ਜੀ ਦੇ ਸਨਮੁਖੀ ਗੁਰੂ ਸਾਹਿਬ ਦੀ ਕੀਰਤੀ ਕਰਦਾ ਤੇ ਫਿਰ ਮੱਥਾ ਟੇਕਿਆ ਤੇ ਉੱਠਿਆ ਹੈ। ਚਰਨ ਸਪਰਸ਼ੇ ਦੁਆ ਕਰ ਸਾਥ। ਔਰ ਫਿਰ ਆਪਣੇ ਦੋਵਾਂ ਹੱਥਾਂ ਨਾਲ ਮਹਾਰਾਜ ਦੇ ਦੋਵੇਂ ਚਰਨ ਸਪਰਸ਼ ਕੀਤੇ ਹਨ, ਛੂਹਿਆ ਚਰਨਾਂ ਨੂੰ। ਭਇਓ ਕਿਰਤਾਰਥ ਦਰਸੇ ਨਾਥ। ਤੇ ਮਹਾਰਾਜ ਦੇ ਦਰਸ਼ਨ ਕਰਕੇ ਕਿਰਤਾਰਥ ਹੋ ਗਿਆ ਹੈ। ਪੁਨ ਮੈਂ ਦਰਸਾ ਬਾਕ ਬਖਾਨੋ। ਤੇ ਫਿਰ
ਕਹਿਣ ਲੱਗਾ ਮਹਾਰਾਜ ਮੈਂ ਹੁਣੇ ਫਿਰ ਆਵਾਂਗਾ, ਫਿਰ ਆਪ ਜੀ ਦੇ ਦਰਸ਼ਨ ਕਰਾਂਗਾ ਤੇ ਮੈਂ ਸਦਾ ਦਰਸ਼ਨ ਕਰਦਾ ਹੀ ਰਹਾਂਗਾ। ਅਬਹਨ ਡੋਲੋ ਤੀਰਜ ਠਾਨ। ਹੁਣ ਮੇਰੇ ਤੇ ਕਿਰਪਾ ਕਰੋ ਵੀ ਮੇਰਾ ਮਨ ਡੋਲੇ ਨਾ, ਹੁਣ ਮੇਰਾ ਮਨ ਟਿਕ ਗਿਆ ਹੈ। ਨਿਕਸਿਓ ਚਲ ਆਇਓ ਨਿਜ ਡੇਰੇ। ਏਦਾਂ ਕਹਿ ਕੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦੇ ਭੋਰੇ ਚੋਂ ਬਾਹਰ ਨਿਕਲਿਆ ਤੇ ਆਪਣੇ ਡੇਰੇ 'ਚ ਆ ਗਿਆ। ਕਿਸਹੂ ਸੋ ਨ ਕਹਿਓ ਤਿਸ ਬੇਰੇ। ਤੇ ਕਿਸੇ ਨਾਲ ਕੋਈ ਵੀ ਬਚਨ ਬਾਬੇ ਮੱਖਣ ਸ਼ਾਹ ਨੇ ਨਹੀਂ ਕੀਤਾ। ਨਿਜ ਨਿਜ ਡੇਰਨ ਸਕਲ ਪਠਾਏ। ਔਰ ਸਾਰਿਆਂ ਨੂੰ ਆਪਣੇ ਆਪਣੇ ਡੇਰਿਆਂ 'ਚ ਪਹੁੰਚਾਤਾ। ਜਿਹੜੇ ਮਸੰਦ ਉੱਥੇ ਆਏ ਸੀ ਉਹਨੂੰ ਕਿਹਾ ਜਾਓ ਭਾਈ ਤੁਸੀਂ ਆਪਣੇ ਆਪਣੇ ਡੇਰਿਆਂ ਤੇ ਜਾਓ। ਇਕਾਕੀ ਹਰ ਖਤ ਸੁਖ ਪਾਏ। ਭਾਈ ਮੱਖਣ ਸ਼ਾਹ ਆਪਣੇ ਮਨ ਦੀ ਖੁਸ਼ੀ ਇਕੱਲਾ ਹੀ ਮਾਣ ਰਿਹਾ, ਬੜਾ ਖੁਸ਼ ਹੈ। ਨਿਜ ਕਰਤੱਵ ਚਿਤਵ ਕਰ ਆਛੇ। ਆਪਣਾ ਕਰਤੱਵ ਜਾਣ ਕੇ ਆਪਣੇ ਨਰਨ ਸੋ ਬੋਲਿਓ ਪਾਛੇ। ਆਪਣੇ ਬੰਦਿਆਂ ਨੂੰ ਕਹਿਣ ਲੱਗਾ ਸੀਵਨ ਹਾਰ ਚਤੁਰ ਲੈ ਆਵੋ। ਬਈ ਕੋਈ ਚੰਗਾ ਦਰਜੀ ਲੈ ਕੇ ਆਓ, ਜਿਹੜਾ ਕੱਪੜੇ ਸਿਉਂਦਾ ਹੋਵੇ, ਕਾਰੀਗਰ ਸੋਹਣੇ ਕੱਪੜੇ ਮਹਿੰਗੇ ਕੱਪੜੇ ਸਿਉਣੇ ਜਾਣਦਾ, ਉਹਨੂੰ ਲੈ ਕੇ ਆਓ ਛੇਤੀ ਨਾਲ। ਖਵਾਦੋਏ 300 ਛਪਰ ਬੁਲਾਵੋ। ਜੇ 2-3 ਕਾਰੀਗਰ ਇਕੱਠੇ ਹੋਣ ਤੇ ਉਹਨਾਂ ਨੂੰ ਛੇਤੀ ਬੁਲਾ ਲਓ ਤਾਂ ਕਿ ਕੱਪੜਾ ਜਿਹੜਾ ਸਿਉਣਾ ਹੈ ਉਹ ਬਹੁਤ ਛੇਤੀ ਤਿਆਰ ਹੋ ਜਾਵੇ। ਸੁਖਮ ਬਸਤਰ ਸੋ ਤੋਸ਼ੇ ਖਾਨੇ। ਔਰ ਆਪਣੇ ਤੋਸ਼ੇ ਖਾਨੇ ਵਿੱਚੋਂ ਵਧੀਆ ਮਹਿੰਗਾ ਕੱਪੜਾ ਕੱਢੋ। ਕਰੋ ਸੇਵਾਵਨ ਤੂਰਨ ਠਾਨੇ। ਬਰੀਕ ਸੂਖਸ਼ਮ ਜਿਹੜਾ ਕੱਪੜਾ ਮਹਿੰਗਾ ਰੇਸ਼ਮ ਦਾ ਕੱਪੜਾ ਹੁੰਦਾ, ਹਜ਼ਾਰਾਂ ਰੁਪਏ ਮੀਟਰ ਦਾ, ਉਹ ਮੰਗਾਓ, ਖਜ਼ਾਨੇ ਚੋਂ ਕੱਢੋ ਤੇ ਦਰਜੀਆਂ ਨੂੰ ਦਿਓ। ਬਹੁ ਭਾਲੇ ਕੋ ਜਾਮਾ ਹੋਏ। ਬਹੁਤ ਕਲੀਆਂ ਵਾਲਾ ਵੱਡਾ ਸੋਹਣਾ ਚੋਲਾ ਤਿਆਰ ਕਰੋ। ਕਰੋ ਸਤੂਰਨ ਤਾ ਸੰਗ ਸੋਏ। ਛੇਤੀ ਨਾਲ ਤਿਆਰ ਕਰੋ ਚੋਲਾ। ਸਰਬ ਬਸਤਰ ਕਰ ਲੈ ਬਹੁ ਤਿਆਰ। ਸਾਰੇ ਬਸਤਰ ਅੱਜ ਤਿਆਰ ਹੋਣੇ ਚਾਹੀਦੇ ਨੇ, ਛੇਤੀ ਚਾਹੀਦਾ, ਮੈਨੂੰ ਕੰਮ ਤਿਆਰ ਹੋਣਾ ਚਾਹੀਦਾ। ਬਹੁਤ ਮੋਲ ਕੋ ਹੋਏ ਜੋ ਚਾਰੂ। ਜੋ ਬਹੁਤ ਕੀਮਤੀ ਚੋਲਾ ਹੋਵੇ, ਜਿਹਦੀ ਸੁੰਦਰਤਾ ਦੇਖਣ ਵਾਲੀ ਹੋਵੇ। ਕੋਸ਼ਿਸ਼ ਸਗਰੀ ਨਿਸਬ ਜਾਰੀ। ਅੱਜ ਸਾਰੀ ਰਾਤ ਲੱਗ ਜਾਵੇ, ਲੱਗੇ ਰਹੋ। ਕਾਰੀਗਰਾਂ ਨੂੰ ਕਹੋ ਵੀ ਰਾਤ ਨੂੰ ਸੌਣਾ ਨਹੀਂ, ਸਾਰੀ ਰਾਤ ਲੱਗ ਜਾਏ, ਪਰ ਚੋਲਾ ਜਿਹੜਾ ਹੈ ਨਾ ਉਹ ਬਾਦਸ਼ਾਹਾਂ ਦੇ ਪਹਿਨਣ ਵਾਲਾ ਹੋਵੇ। ਬਹੁਤ ਮੋਲ ਕੀ ਜਹ ਤਿਆਰੀ। ਬਹੁਤ ਕੀਮਤੀ ਦਸਤਾਰ, ਬਹੁਤ ਕੀਮਤੀ ਚੋਲਾ, ਪਹਿਰਾਵਾ, ਹਜੂਰੀਆ, ਇਹ ਤੁਸੀਂ ਅੱਜ ਤਿਆਰ ਕਰਨਾ ਹੈ, ਸਵੇਰ ਤੱਕ ਹੋ ਜਾਵੇ। ਸੁਨ ਸੇਵਕ ਤੂਰਨ ਹੀ ਧਾਇਓ। ਬਾਬੇ ਮੱਖਣ ਸ਼ਾਹ ਦੇ ਨੌਕਰ ਉਸੇ ਵੇਲੇ ਦੌੜੇ ਹਨ, ਕੋਈ ਮਿਸਤਰੀ, ਕੱਪੜੇ ਸਿਉਣ ਵਾਲਾ, ਦਰਜੀ ਲੱਭਣ ਵਾਸਤੇ। ਚਾਹੇ ਵਸਤ ਸੋ ਸਗਰੀ ਲਿਆਇਓ। ਔਰ ਜਿਹੜੀ ਵਸਤੂ ਚਾਹੀਦੀ, ਜੋ ਜੋ ਵੀ ਚਾਹੀਦਾ ਸੀ, ਮੱਖਣ ਸ਼ਾਹ ਨੇ ਜੋ ਕੁਝ ਕਿਹਾ ਸੀ ਸਾਰਾ ਹੀ ਹਾਜ਼ਰ ਕਰ ਦਿੱਤਾ, ਕਿਉਂਕਿ ਮਾਇਆ ਵਾਲੇ ਲੋਕ ਸਨ, ਪੈਸੇ ਦੀ ਤਾਂ ਕਮੀ ਕੋਈ ਨਹੀਂ ਸੀ। ਉਹਦੇ ਆਪਣੇ ਡੇਰੇ ਵਿੱਚ ਹੀ ਬੜਾ ਕੁਝ ਪਿਆ ਸੀ, ਖਜ਼ਾਨੇ ਭਰੇ ਪਏ ਸਨ, ਹੀਰਿਆਂ ਮੋਤੀਆਂ ਦੇ, ਸੋਨਾ ਚਾਂਦੀ, ਕੱਪੜਾ ਲੱਤਾ। ਫਿਰ ਵੀ ਕੋਈ ਹੋਰ ਚੀਜ਼ ਦੀ ਕੋਈ ਲੋੜ ਵੀ ਹੋਵੇ ਤੇ ਪੈਸੇ ਨਾਲ ਮੰਗਾ ਸਕਦਾ ਸੀ, ਪੈਸੇ ਵਾਲਾ ਬੰਦਾ ਸੀ। ਉਹਨੇ ਫਟਾਫਟ ਸਾਰਾ ਕੁਝ ਬੰਦੇ ਨੌਕਰ ਭਜਾਤੇ ਆਲੇ ਦੁਆਲੇ, ਘੋੜਿਆਂ ਤੇ ਗਏ ਬੰਦੇ ਤੇ ਆਲੇ ਦੁਆਲੇ ਕੋਈ ਵੀ ਚੀਜ਼ ਦੀ ਘਾਟ ਸੀ ਪੂਰੀ ਕਰ ਲਈ ਹੈ। ਬਹੁਤ ਮੋਲ ਕੇ ਬਸਤਰ ਨਿਕਾਸੇ। ਔਰ ਆਪਣੇ ਤੋਸ਼ੇ ਖਾਨੇ ਵਿੱਚੋਂ ਮੱਖਣ ਸ਼ਾਹ ਨੇ ਬਹੁਤ ਕੀਮਤੀ ਕੱਪੜਾ ਕੱਢਿਆ ਹੈ। ਸੀਵਨ ਲਗੇ ਬੈਠ ਨਰ ਪਾਸੇ। ਔਰ ਦਰਜੀ ਚੰਗੇ ਕਾਰੀਗਰ ਸਿਉਣੇ ਲਾ ਦਿੱਤੇ ਹਨ। ਸਰਬ ਸਰਬਰੀ ਕੇਰ ਬਿਤਾਈ। ਕਹਿੰਦੇ ਸਾਰੀ ਰਾਤ ਕੱਪੜੇ ਸਿਉਂਦੇ ਹੀ ਬੀਤ ਗਈ ਹੈ। ਕਰ ਪੋਸ਼ ਸ਼ਰਚ ਸੁੰਦਰਤਾਈ। ਸਾਰੀ ਰਾਤ ਵਿੱਚ ਕਾਰੀਗਰਾਂ ਨੇ ਸਤਿਗੁਰੂ ਤੇਗ ਬਹਾਦਰ ਸਾਹਿਬ ਦੇ ਮੇਚੇ ਨੂੰ ਰੱਖ ਕੇ ਉਹਨਾਂ ਦੇ, ਕਿਉਂਕਿ ਮਹਾਰਾਜ ਬਹੁਤ ਬਲੀ ਸਨ, ਮਹਾਰਾਜ 6ਵੇਂ ਪਾਤਸ਼ਾਹ ਦਾ ਜਿੰਨਾ ਕੱਦ ਹੋਇਆ, ਜਿੰਨਾ ਮਹਾਰਾਜ ਦਾ ਬਲ ਹੋਇਆ, ਇਹਨਾਂ ਦੇ ਸੰਸਾਰ ਦੇ ਕਿਸੇ ਦਾ ਵੀ ਨਹੀਂ ਹੋਇਆ। 6.5 ਫੁੱਟ ਤੋਂ ਉੱਪਰ 7 ਫੁੱਟ ਦੇ ਨੇੜੇ ਮਹਾਰਾਜ ਦਾ ਕੱਦ ਸੀਗਾ 6ਵੇਂ ਪਾਤਸ਼ਾਹ ਦਾ। ਤੇ ਸਾਧ ਸੰਗਤ ਜੀ, ਮਾੜੇ ਛੋਟੇ ਦਰਵਾਜ਼ੇ ਚੋਂ ਮਹਾਰਾਜ ਲੰਘ ਨਹੀਂ ਸੀ ਸਕਦੇ, ਇੰਨੀ ਚੌੜੀ ਛਾਤੀ ਸੀ 6ਵੇਂ ਪਾਤਸ਼ਾਹ। ਦਲ ਭੰਜਨ ਗੁਰ ਸੂਰਮਾ ਬੜ ਜੋਧਾ ਬਹੁ ਪਰਉਪਕਾਰੀ। ਤੇ 6ਵੇਂ ਪਾਤਸ਼ਾਹ ਤੋਂ ਦੂਜੇ ਨੰਬਰ ਤੇ ਜੇ ਕੱਦ ਹੋਇਆ ਤੇ ਉਹ ਮਹਾਰਾਜ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਹੋਇਆ। ਮਹਾਰਾਜ ਵੀ 6.5 ਫੁੱਟ ਤੋਂ ਉੱਚੇ ਲੰਮੇ ਸਨ, ਸਰੀਰ ਦੇ ਅੰਗ ਬੜੇ ਸੁਡੌਲ ਸਨ, ਰੰਗ ਬੜਾ ਸੁੰਦਰ ਸੋਹਣਾ ਗੋਰਾ ਸੀਗਾ, ਔਰ ਸਰੀਰ ਦੇ ਅੰਗ ਅੰਗ ਚੋਂ ਸੁੰਦਰਤਾ ਝਲਕਦੀ ਸੀ। ਉਹਨਾਂ ਦੇ ਸਰੀਰ ਦੇ ਹਿਸਾਬ ਨਾਲ ਚੋਲਾ ਜਿਹੜਾ ਕਾਰੀਗਰਾਂ ਨੇ, ਦਰਜੀਆਂ ਨੇ ਸੀਤਾ ਹੈ।
ब्रह्म मुहूर्त मह उठ करके। इधरों बाबा मੱਖਣ ਸ਼ਾਹ ਅੰਮ੍ਰਿਤ ਵੇਲੇ ਜਦੋਂ ਸਵਾ ਪਹਿਰ ਰਾਤ ਰਹਿੰਦੀ ਹੁੰਦੀ ਉੱਠ ਪੈਂਦਾ ਸੀ, ਇਸ਼ਨਾਨ ਕਰਦਾ ਸੀ, ਬਾਣੀ ਪੜ੍ਹਦਾ ਸੀ। ਮੱਖਣ ਸ਼ਾਹ ਹਰਖ ਉਰ ਭਰ ਕੇ। ਬੜਾ ਖੁਸ਼ ਹੋਇਆ ਤੇ ਪ੍ਰਸ਼ਾਦ ਛਕਿਆ, ਅੰਮ੍ਰਿਤ ਵੇਲੇ ਉੱਠਿਆ, ਨਿਤਨੇਮ ਕੀਤਾ, ਬਾਣੀ ਪੜ੍ਹੀ। ਮੱਜਨ ਆਦਿ ਕਿਰਿਆ ਕਰ ਸਾਰੀ। ਜਿਹੜੀ ਗੁਰਸਿੱਖ ਦੇ ਨਿਤਨੇਮ ਦੀ ਕਿਰਿਆ ਇਸ਼ਨਾਨ ਆਦਿਕ ਸੋਧ ਕੇ ਗੁਰਬਾਣੀ ਕਰ ਪ੍ਰੇਮ ਉਚਾਰੀ। ਬੜੇ ਪ੍ਰੇਮ ਨਾਲ ਇਸ ਬਾਣੀ ਦਾ ਨਿਤਨੇਮ ਕੀਤਾ ਹੈ। ਜਿਤੋ ਨੇਮ ਸੋ ਪਠ ਕਰ ਆਛੇ। ਜਿੰਨਾ ਕੁ ਨੇਮ ਰੱਖਿਆ ਹੈ ਸੀ ਇੰਨੀ ਬਾਣੀ ਘੱਟੋ ਘੱਟ ਪੜ੍ਹਨੀ। ਗੁਰੂ ਕੇ ਸਿੱਖ ਸਾਧ ਸੰਗਤ ਜੀ ਵੱਧ ਤੋਂ ਵੱਧ ਬਾਣੀ ਪੜ੍ਹਦੇ, ਘੱਟੋ ਘੱਟ ਜਪਜੀ ਸਾਹਿਬ, ਜਾਪ ਸਾਹਿਬ, ਸਵਈਏ, ਚੌਪਈ, ਆਨੰਦ ਸਾਹਿਬ, ਰਹਿ ਰਾਸ, ਕੀਰਤਨ, ਸੋਹਿਲਾ। ਇਹ ਤਾਂ ਅੱਜ ਦੀ ਆਪਣੀ ਪੰਥ ਦੀ ਮਰਜ਼ਾਦਾ ਹੈ। ਤੇ ਇਸ ਤੋਂ ਇਲਾਵਾ ਇਹ ਤਾਂ ਨਹੀਂ ਵੀ ਇੱਥੇ ਹੀ ਬੰਦ ਹੈ, ਹੋਰ ਜਿੰਨੀ ਮਰਜ਼ੀ ਬਾਣੀ ਪੜ੍ਹੋ, ਪੜ੍ਹੀ ਜਾਓ ਬਾਣੀ। ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾ। ਤੋ ਜਿੰਨਾ ਕੁ ਨਿਤਨੇਮ ਬਾਬਾ ਜੀ ਕਰਦੇ ਸੀ, ਬਾਬਾ ਮੱਖਣ ਸ਼ਾਹ ਜੀ ਉਸ ਵੇਲੇ ਉਹਨਾਂ ਨੇ ਕੀਤਾ ਹੈ। ਜਪਜੀ ਪ੍ਰਥਮ ਸੁਖਮਨੀ ਪਾਛੇ। ਪਹਿਲਾਂ ਸ੍ਰੀ ਜਪਜੀ ਸਾਹਿਬ ਦਾ ਪਾਠ ਕਰਿਆ ਕਰਦੇ ਸੀ ਸਿੱਖ ਅੰਮ੍ਰਿਤ ਵੇਲੇ, ਫਿਰ ਸੁਖਮਨੀ ਸਾਹਿਬ ਜੀ ਦਾ ਪਾਠ ਕਰਿਆ ਕਰਦੇ ਸੀ। ਫਿਰ ਜਦੋਂ ਮਹਾਰਾਜ 10ਵੇਂ ਪਾਤਸ਼ਾਹ ਨੇ ਅੰਮ੍ਰਿਤ ਛਕਾਇਆ, ਉਸ ਤੋਂ ਬਾਅਦ ਜਾਪ ਸਾਹਿਬ ਮਹਾਰਾਜ 10ਵੇਂ ਪਾਤਸ਼ਾਹ ਦੀ ਬਾਣੀ ਵਿੱਚ ਐਡ ਹੋ ਗਈ ਹੈ। ਹੋਰ ਜਿੰਨੀ ਮਰਜ਼ੀ ਬਾਣੀ ਪੜ੍ਹੋ, ਪਰ ਘੱਟੋ ਘੱਟ ਇਹ 5 ਬਾਣੀਆਂ ਤਾਂ ਆਪਣੇ ਨਿਤਨੇਮ 'ਚ ਜ਼ਰੂਰੀ ਨੇ। ਸੋ ਬਾਬਾ ਮੱਖਣ ਸ਼ਾਹ ਜੀ ਉਸ ਵੇਲੇ ਜਦੋਂ 10ਵੇਂ ਪਾਤਸ਼ਾਹ ਤੋਂ ਪਹਿਲਾਂ ਮਰਿਆਦਾ ਸੀ ਨਾ, ਉਦੋਂ 5 ਗ੍ਰੰਥੀ ਹੁੰਦੀ ਸੀ। ਮਹਾਰਾਜ ਦੀ ਬਾਣੀ, ਜਪਜੀ ਸਾਹਿਬ, ਸ਼ਬਦ ਜਾਰੇ, ਆਨੰਦ ਸਾਹਿਬ, ਦੱਖਣੀ ਓਂਕਾਰ, ਸਿੱਧ ਗੋਸ਼ਟ, 52 ਅੱਖਰੀ, ਆਸਾ ਦੀ ਵਾਰ, ਸੁਖਮਨੀ ਸਾਹਿਬ, ਏਦਾਂ ਹੋਰ ਬਾਣੀਆਂ ਵੀ ਗੁਰਸਿੱਖ ਨਿਤਨੇਮ 'ਚ ਪੜ੍ਹਿਆ ਕਰਦੇ ਸੀ। ਤੋ ਉਹ ਬਾਬਾ ਮੱਖਣ ਸ਼ਾਹ ਜੀ ਨੇ ਆਪਣਾ ਨੇਮ ਪੂਰਾ ਕੀਤਾ, ਅੰਮ੍ਰਿਤ ਵੇਲੇ ਉੱਠ ਕੇ ਗੁਰਬਾਣੀ ਦਾ ਪਾਠ ਕੀਤਾ। ਉਜਲ ਪੋਸ਼ਿਸ਼ ਪਹਿਰੀ ਪੇਰ। ਫਿਰ ਬੜਾ ਸੋਹਣਾ ਚੋਲਾ ਉਹਨੇ ਆਪ ਪਹਿਨਿਆ ਹੈ। ਪੁਨਹ ਤੇ ਹਾਵਲ ਕੀਨ ਕਨੇਰ। ਤੇ ਕੜਾਹ ਪ੍ਰਸ਼ਾਦ ਦੀ ਦੇਗ ਵੀ ਉਹਨੇ ਬਹੁਤ ਖੁੱਲੀ ਤਿਆਰ ਕਰਾਈ ਹੈ, ਕਿਉਂਕਿ ਗੁਰੂ ਦਾ ਸਿੱਖ ਸੀ, ਗੁਰੂ ਘਰ ਦੀ ਮਰਜ਼ਾਦਾ ਜਾਣਦਾ ਸੀ ਸਾਰੀ। ਉਹਨੂੰ ਪਤਾ ਸੀ ਵੀ ਜਦੋਂ ਸਤਿਗੁਰੂ ਗੱਦੀ ਤੇ ਬੈਠਣਗੇ, ਸੰਗਤਾਂ ਆਉਣਗੀਆਂ ਤੇ ਸ੍ਰੀ ਕੜਾਹ ਪ੍ਰਸ਼ਾਦ ਜੀ ਨੂੰ ਭੋਗ ਵੀ ਲੱਗਣਗੇ। ਖੁੱਲੀਆਂ ਦੇਗਾਂ ਕੜਾਹ ਪ੍ਰਸ਼ਾਦ ਦੀਆਂ ਬਾਬੇ ਮੱਖਣ ਸ਼ਾਹ ਨੇ ਤਿਆਰ ਕਰਵਾਈਆਂ। ਸਚ ਸੰਜਮ ਪਠ ਤਿਓ ਗੁਰਗਿਰਾ। ਤੇ ਦੇਗ ਸਜਾਉਣ ਵਾਲਿਆਂ ਨੇ ਪਹਿਲਾਂ ਕੇਸੀ ਇਸ਼ਨਾਨ ਕਰਕੇ ਸਾਰੇ ਭਾਂਡੇ ਮਾਂਜ ਕੇ ਤੇ ਗੁਰਬਾਣੀ ਪੜ੍ਹਦਿਆਂ ਹੋਇਆਂ, ਨਿਤਨੇਮ ਕਰਦਿਆਂ, ਸਿਮਰਨ ਕਰਦਿਆਂ ਦੇਗ ਬਣਾਈ ਹੈ। ਪੰਚਾਮ੍ਰਿਤ ਤਿਆਰ ਬਹ ਕਰਾ। ਬਹੁਤ ਖੁੱਲੀਆਂ ਦੇਗਾਂ ਕੜਾਹ ਪ੍ਰਸ਼ਾਦ ਦੀਆਂ ਬਣਾਈਆਂ, ਪਰ ਸਾਰੇ ਗੁਰਸਿੱਖਾਂ ਨੇ ਬਾਣੀ ਪੜ੍ਹਦਿਆਂ ਹੋਇਆਂ। ਸਾਧ ਸੰਗਤ ਜੀ, ਕੜਾਹ ਕਰਨ ਕੀ ਵਿਧ ਸੁਣ ਲੀਜੈ, 3 ਭਾਗ ਸਕੋ ਸਮਸਰ ਕੀਜੈ। ਕੜਾਹ ਪ੍ਰਸ਼ਾਦ ਦੀ ਮਰਜ਼ਾਦਾ ਵੀ ਆਟਾ, ਖੰਡ ਤੇ ਘਿਓ ਬਰਾਬਰ ਲੈਣੇ ਹੈ। ਜਲ 4 ਗੁਣਾ ਜ਼ਿਆਦਾ ਲੈਣਾ ਹੈ ਅਤੇ ਮਾਂਜਨ ਕਰ ਭਾਂਜਨ ਤੋਂ ਵੀਜੈ। ਸਰਬਲੋਹ ਦੇ ਭਾਂਡੇ ਹੋਣ ਸਭ ਤੋਂ ਉੱਤਮ ਹਨ, ਕਿਉਂਕਿ ਜਿੰਨੀ ਸਰਬਲੋਹ ਦੀ ਸੱਚਮ ਹੁੰਦੀ ਮਾਂਜਣ ਨਾਲ ਹੁੰਦੀ ਹੈ, ਉਹਦੇ ਵਿੱਚੋਂ ਬੜੀ ਸ਼ਕਤੀ ਪੈਦਾ ਹੁੰਦੀ ਹੈ। ਤੇ ਜੇ ਨਾ ਹੋਣ ਤਾਂ ਜਿਹੜੇ ਵੀ ਭਾਂਡੇ ਆਪਾਂ ਦੇਗ ਬਣਾਉਣੇ, ਉਹਨਾਂ ਘੱਟੋ ਘੱਟ ਰੇਤੇ ਨਾਲ ਜਾਂ ਸਵਾਹ ਨਾਲ ਮਾਂਜਣਾ ਜ਼ਰੂਰੀ ਹੈ। ਜਿੰਨੀ ਸੁੱਚਮ ਰੱਖੋਗੇ, ਫਿਰ ਜਦੋਂ ਦੇਗ ਬਣਾਉਣੀ ਹੈ ਮੂੰਹ ਤੇ ਕੱਪੜਾ ਬੰਨ੍ਹ ਕੇ, ਤਾਂ ਕਿ ਕੋਈ ਬਾਣੀ ਪੜ੍ਹਦਿਆਂ ਵੀ ਥੁੱਕ ਵਗੈਰਾ ਦੇਗ ਦੇ ਵਿੱਚ ਨਾ ਡਿੱਗੇ, ਬਾਣੀ ਪੜ੍ਹਦਿਆਂ ਹੀ ਦੇਗ ਬਣਾਵੇ, ਚਾਸਣੀ ਤਿਆਰ ਕਰੇ। ਇਹ ਸਾਰੀ ਮਰਜ਼ਾਦਾ ਨਾਲ ਪੁਰਾਤਨ ਸਿੰਘ ਦੇਗ ਬਣਾਉਂਦੇ ਸੀਗੇ। ਹੁਣ ਵੀ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੈ ਉਹ ਕਰਦੇ ਨੇ ਮਰਜ਼ਾਦਾ। ਸੋ ਬਾਬਾ ਮੱਖਣ ਸ਼ਾਹ ਜੀ ਨੇ ਬੜੀ ਸੁਚਮ ਨਾਲ ਦੇਗ ਤਿਆਰ ਕਰਵਾਈ ਹੈ। ਮੇਵੇ ਅਨੇਕ ਪ੍ਰਕਾਰ ਪਵਾਏ। ਵਿੱਚ ਬਹੁਤ ਸੋਹਣੇ ਮੇਵੇ ਪਵਾਏ ਹਨ। ਹੁਣ ਆਮ ਤਾਂ ਮੇਵਿਆਂ ਦੀ ਰੀਤੀ ਇੱਥੇ ਨਹੀਂ ਹੈ, ਪਰ ਸੱਚਖੰਡ ਸ੍ਰੀ ਹਜੂਰ ਸਾਹਿਬ ਜਿਹੜਾ ਸਵੇਰੇ 6 ਵਜੇ ਮਹਾਰਾਜ ਨੂੰ ਕੜਾਹ ਪ੍ਰਸ਼ਾਦ ਜੀ ਦੇ 5 ਥਾਲ ਭੋਗ ਲੱਗਦਾ ਹੈ, ਉਹ ਜਿਹੜਾ ਭੋਗ ਲੱਗਦਾ ਉਹਦੇ ਵਿੱਚ ਕਾਜੂ, ਬਦਾਮ, ਸੌਗੀ ਏਦਾਂ ਦੇ ਮੇਵੇ ਵੀ ਪਾਉਂਦੇ ਹਨ। ਬਾਕੀ ਜਿਹੜੀ ਦੇਗ ਆਮ ਹੈ ਉਹਦੇ ਵਿੱਚ ਨਹੀਂ ਪਾਉਂਦੇ, ਪਰ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਪੁਰਾਤਨ ਮਰਜ਼ਾਦਾ ਦਾ ਇੱਕ ਨਮੂਨਾ ਅਜੇ ਵੀ ਮਿਲਦਾ ਵੀ ਉਹਦੇ ਵਿੱਚ ਮੇਵੇ ਪਾਏ ਜਾਂਦੇ। ਪੰਜਾਬ ਦੇ ਵਿੱਚ ਆਪਣਾ ਰਿਵਾਜ ਨਹੀਂ ਹੈ, ਜੇ ਕੋਈ ਪਾ ਲਵੇ ਤੇ ਸਿੰਘ ਗਈ ਗੁੱਸਾ ਕਰ ਜਾਂਦੇ ਆ, ਕਿਉਂਕਿ ਅਸੀਂ ਇੱਕ ਤਰਫੇ ਹੋ ਜਾਂਦੇ ਆ। ਪਰ ਪੁਰਾਤਨ ਗ੍ਰੰਥਾਂ 'ਚ ਦੋਵੇਂ ਤਰ੍ਹਾਂ ਦੀ ਮਰਜ਼ਾਦਾ ਹੈ। ਸਾਦਾ ਕੜਾਹ ਪ੍ਰਸ਼ਾਦ ਵੀ ਮਹਾਰਾਜ ਦੀ ਦੇਗ ਬਣਦੀ ਹੈ, ਪਰ ਜੇ ਮੇਵੇ ਪਾਏ ਜਾਂਦੇ ਸਨ ਤਾਂ ਉਹ ਵੀ ਉਸ ਵੇਲੇ ਮਰਜ਼ਾਦਾ ਸੀ। ਇਹਦੇ ਉੱਤੇ ਕੋਈ ਸ਼ੰਕਾ ਕਰਨ ਵਾਲੀ ਗੱਲ ਨਹੀਂ ਹੈ।
ਜੈਸੀ ਕੋਈ ਸਥਾਨਕ ਮਰਜ਼ਾਦਾ ਹੁੰਦੀ ਹੈ ਉਹ ਵੀ ਖਿਆਲ 'ਚ ਰੱਖਣੀ ਪੈਂਦੀ ਹੈ। ਰਹੋ ਵਿਚਾਰ, ਮੇਵੇ ਅਨੇਕ ਪ੍ਰਕਾਰ ਪਵਾਏ, ਅਨੇਕਾਂ ਪ੍ਰਕਾਰ ਦੇ ਵਿੱਚ ਮੇਵੇ ਪਵਾਏ ਹਨ। ਨਿਜ ਦਾਸਨ ਤੇ ਲਿਆ ਉਠਵਾਏ। ਔਰ ਐਸਾ ਬਹੁਤ ਰਸ ਪਿੰਨਾ ਸੁੰਦਰ ਕੜਾ ਪ੍ਰਸ਼ਾਦ ਜੀ ਬਾਣੀ ਪੜ੍ਹਦੇ ਹੋਏ ਸੇਵਾਦਾਰਾਂ ਨੇ ਪਰਾਤਾਂ ਸਿਰ ਤੇ ਰੱਖ ਲਈਆਂ ਹਨ। ਮੋਹਰ 500 ਗਿਣ ਕੇ ਲੀਨ। ਤੇ ਫਿਰ 500 ਮੋਹਰਾਂ ਜਿਹੜੀਆਂ ਗੁਰੂ ਦੀਆਂ ਸੁੱਖੀਆਂ ਸੀ ਉਹਦੀ ਥੈਲੀ ਗਿਣ ਕੇ ਭਰੀ ਹੈ। ਜੋ ਗੁਰ ਕੇ ਹਿਤ ਸੰਚਨ ਕੀਨ। ਜੋ ਗੁਰੂ ਘਰ ਵਾਸਤੇ ਦਸਵੰਧ ਕਾਰ ਭੇਟਾ ਮਾਇਆ ਉਹ ਵੀ ਨਾਲ ਲਈ ਹੈ। ਪੁਨ ਉਠਵਾਏ ਪੁਸ਼ਾਕ ਨਵੀਨ। ਫਿਰ ਗੁਰੂ ਸਾਹਿਬ ਦੇ ਲਈ ਜੋ ਰਾਤ ਭਰ ਦਰਜੀਆਂ ਨੇ ਮਿਹਨਤ ਕਰਕੇ ਚੋਲਾ ਤਿਆਰ ਕੀਤਾ, ਪੁਸ਼ਾਕਾਂ ਤਿਆਰ ਕੀਤਾ, ਉਹ ਪੁਸ਼ਾਕਾਂ ਵੀ ਮਹਾਰਾਜ ਦਾ ਤਿਆਰ ਕਰਕੇ ਥਾਲ ਵਿੱਚ ਰੱਖ ਲਿਆ ਰਕੇਬ ਦੇ ਵਿੱਚ। ਮੱਖਣ ਸ਼ਾਹ ਮਹਾਨ ਪ੍ਰਬੀਨ। ਬਹੁਤ ਸਿਆਣੇ ਬਾਬਾ ਮੱਖਣ ਸ਼ਾਹ ਜੀ ਚੱਲ ਪਏ ਹਨ। ਸਪਟਨ ਪੀਰ ਸੰਗ ਲੈ ਚੱਲਿਓ। ਨਾਲ ਸ਼ਾਹ ਜੀ ਨੇ ਆਪਣੀ ਫੌਜ ਜਿਹੜੀ 400-500 ਸਿਪਾਹੀ ਸੀਗੇ ਉਹ ਵੀ ਨਾਲ ਤੋਰ ਲਏ ਹਨ। ਸਤਿਗੁਰ ਚਰਨ ਪ੍ਰੇਮ ਮਹਿ ਟਲਿਓ। ਗੁਰੂ ਮਹਾਰਾਜ ਦੇ ਪ੍ਰੇਮ ਦੇ ਵਿੱਚ ਭਿੱਜਾ ਹੋਇਆ ਚਰਨਾਂ ਦਾ ਦਾਸ ਬਾਬਾ ਮੱਖਣ ਸ਼ਾਹ ਦਰਸ਼ਨਾਂ ਲਈ ਫਿਰ ਤੁਰਿਆ ਹੈ। ਚਾਹਤ ਰਦਾ ਬਦਤਾਵਨ ਗੁਰ ਕੋ। ਅੱਜ ਗੁਰੂ ਨੂੰ ਪ੍ਰਗਟ ਕਰ ਦੇਣਾ ਹੈ। ਅੱਜ ਸਤਿਗੁਰੂ ਜੀ ਦੇ ਬਾਰੇ ਢੰਡੋਰਾ ਫੇਰ ਦੇਣਾ ਵੀ ਗੁਰੂ ਲਾਧੋ ਰੇ, ਗੁਰੂ ਲਾਧੋ ਰੇ ਕਹਿ ਦੇਣਾ ਹੈ। ਜਿਨਹੁ ਮਨੋਰਥ ਪਾਖਿਓ ਉਰ ਕੋ। ਅੱਜ ਜਿਹਨੇ ਮੇਰੇ ਮਨ ਦਾ ਮਨੋਰਥ ਦੱਸ ਦਿੱਤਾ ਹੈ ਨਾ ਉਹੀ ਪੂਰਾ ਗੁਰੂ ਹੈ। ਤੇ ਉਹ ਪੂਰੇ ਗੁਰੂ ਦਾ ਮੈਂ ਹੁਣ ਸਾਰੇ ਸੰਸਾਰ ਵਿੱਚ ਪ੍ਰਚਾਰ ਕਰਨਾ ਹੈ। ਜੋ ਸੰਗਤ ਭੂਲੀ ਸਭ ਥਾਏ। ਜਿਹੜੀਆਂ ਸੰਗਤਾਂ ਭੁੱਲੀਆਂ ਫਿਰਦੀਆਂ ਨੇ, ਕੋਈ 22 ਗੁਰੂਆਂ ਨੂੰ ਮੱਥੇ ਟੇਕੀ ਜਾਂਦਾ ਹੈ, ਕੋਈ ਕਿਤੇ ਭਟਕ ਰਿਹਾ ਹੈ, ਕੋਈ ਕਿਤੇ ਭਟਕ ਰਿਹਾ ਹੈ। ਕੋ ਕਿਸ ਲਾਗਹਿ ਪਾਏ। ਕੋਈ ਕਿਸੇ ਬਾਬੇ ਦਾ ਤੇ ਕੋਈ ਕਿਸੇ ਬਾਬੇ ਦਾ ਉਪਾਸ਼ਕ ਬਣਿਆ ਹੋਇਆ ਹੈ। ਝੂਠੇ ਗੁਰੂਆਂ ਦੇ, ਪਖੰਡੀ ਗੁਰੂਆਂ ਦੇ ਸੇਵਕ ਬਣੇ ਹੋਏ ਨੇ। ਜਾਨ ਜਾਨ ਸ਼੍ਰੀ ਨਾਨਕ ਗਾਦੀ। ਅੱਜ ਉਹਨਾਂ ਨੂੰ ਦੱਸਣਾ ਵੀ ਗੁਰੂ ਨਾਨਕ ਦੀ ਅਸਲੀ ਗੱਦੀ ਕਿੱਥੇ ਹੈ। ਉਹ ਵਿਚਾਰੇ ਤਾਂ ਗੁਰੂ ਨਾਨਕ ਦੀ ਗੱਦੀ ਸਮਝ ਕੇ ਹੀ ਮੱਥਾ ਟੇਕਦੇ ਨੇ, ਪਰ ਉਹਨਾਂ ਨੂੰ ਪਤਾ ਨਹੀਂ ਵੀ ਇਹ 22 ਗੁਰੂ ਤਾਂ ਮਾਇਆ ਦੇ ਲਾਲਚੀ ਹਨ ਸਾਰੇ ਹੀ। ਪੂਜਾ ਦੇਹ ਦਰਬ ਤੇ ਆਦੀ। ਮਾਇਆ ਦੇ ਕੇ ਉਹਨਾਂ ਦੀ ਪੂਜਾ ਕਰ ਰਹੇ ਨੇ ਭੋਲੇ ਸਿੱਖ। ਗੁਰੂ ਨ ਨਿਸ਼ਚਾ ਕੀ ਨ ਸਕੋਏ। ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਆਪ ਨੂੰ ਲੁਕਾਇਆ ਹੋਇਆ ਹੈ। 22 ਗੁਰੂ ਪਖੰਡੀ ਪ੍ਰਗਟ ਹੋਏ ਬੈਠੇ ਨੇ ਤੇ ਸਿੱਖਾਂ ਨੂੰ ਅਜੇ ਨਿਸ਼ਚਾ ਨਹੀਂ ਹੋ ਰਿਹਾ, ਵਿਸ਼ਵਾਸ ਵੀ ਨਹੀਂ ਬਣ ਰਿਹਾ ਵੀ ਅਸਲੀ ਗੁਰੂ ਕਿਹੜਾ ਹੈ ਤੇ ਨਕਲੀ ਕਿਹੜਾ ਹੈ। ਚਾਹਤ ਸਭ ਇੱਕ ਪੂਰਨ ਹੋਏ। ਸਾਰੇ ਚਾਹੁੰਦੇ ਆ ਵੀ ਇੱਕ ਪੂਰਨ ਗੁਰੂ ਹੋਵੇ ਜਿਹਦੀ ਸ਼ਰਨ ਵਿੱਚ ਪਈਏ ਤੇ ਜਿਹੜਾ ਸਾਡਾ ਬੇੜਾ ਬੰਨੇ ਲਾਵੇ। ਕੇਤਕ ਸਿੱਖ ਉਪਾਇਨ ਭਾਰੀ। ਤਾਂ ਕਈ ਸਿੱਖ ਬੜੇ ਬੜੇ ਅਮੀਰ ਸਿੱਖ ਪ੍ਰਦੇਸ਼ਾਂ ਤੋਂ ਬੜੀਆਂ ਮਹਿੰਗੀਆਂ ਭੇਟਾਵਾਂ ਲੈ ਕੇ ਵੀ ਆਏ ਹੋਏ ਨੇ। ਅਰਪਣ ਕਾਰਨ ਗੁਰੂ ਆਹਾਰੀ। ਉਹ ਗੁਰੂ ਦੇ ਚਰਨਾਂ ਵਿੱਚ ਅਰਪਣ ਕਰਨ ਵਾਸਤੇ, ਗੁਰੂ ਦੇ ਲੰਗਰ 'ਚ ਸੇਵਾ ਕਰਨ ਵਾਸਤੇ। ਰਾਖੀ ਪਾਸ ਨ ਦੀਨ ਸਕਾਹੇ। ਉਹ ਵਿਚਾਰੇ ਜੇ ਆਪਣੀ ਭੇਟਾ ਇਸ ਕਰਕੇ ਰੱਖੀ ਬੈਠੇ ਨੇ ਵੀ ਜਦੋਂ ਪੂਰਾ ਗੁਰੂ ਪ੍ਰਗਟ ਹੋਵੇਗਾ ਉਦੋਂ ਦੇਾਂਗੇ, ਕਿਉਂਕਿ ਇੱਥੇ ਤਾਂ ਪਖੰਡੀ 22 ਗੁਰੂ ਬਣੇ ਨੇ। ਕਈ ਭੋਲੇ ਭਾਲਿਆਂ ਨੇ ਭੇਟਾ ਇਹਨਾਂ ਗੁਰੂਆਂ ਨੂੰ ਮੱਥਾ ਟੇਕ ਦਿੱਤੀ ਹੈ, ਚੜਾਵਾ ਚੜਾ ਦਿੱਤਾ ਹੈ। ਤੇ ਕਈ ਜਿਹੜੇ ਗਿਆਨਵਾਨ ਸਿੱਖ ਨੇ, ਸਿਆਣੇ ਸਿੱਖ ਨੇ, ਉਹਨਾਂ ਨੇ ਆਖਿਆ ਵੀ ਇਹ ਨਹੀਂ ਗੱਲ, ਇਹਨਾਂ ਦੇ ਪੱਲੇ ਕੁਝ ਜਚਦਾ ਹੀ ਨਹੀਂ, ਇਹਨਾਂ ਨੂੰ ਕੀ ਦਈਏ। ਉਹਨਾਂ ਨੇ ਗੁਰੂ ਦੀ ਭੇਟਾ ਅਜੇ ਗੁਪਤ ਰੱਖੀ ਹੋਈ ਹੈ। ਪ੍ਰਗਟ ਹੈ ਤਬਦਾ ਹੈ ਗੁਰ ਪਾਹੇ। ਜਦੋਂ ਗੁਰੂ ਪੂਰਾ ਪ੍ਰਗਟ ਹੋਵੇਗਾ ਉਦੋਂ ਸਤਿਗੁਰਾਂ ਦੀ ਭੇਟਾ ਸਤਿਗੁਰਾਂ ਨੂੰ ਦੇਾਂਗੇ। ਇਸ ਪ੍ਰਕਾਰ ਕਰ ਸੰਗਤ ਘਨੀ। ਇਸ ਪ੍ਰਕਾਰ ਸੰਗਤ ਦੇ ਵਿੱਚ ਕਈ ਤਰ੍ਹਾਂ ਦੀਆਂ ਆਵਾਜ਼ਾਂ ਆ ਰਹੀਆਂ ਨੇ, ਕਈ ਤਰ੍ਹਾਂ ਦੇ ਖਿਆਲ ਪ੍ਰਗਟ ਹੋ ਰਹੇ ਨੇ। ਸੰਗਤ ਜਿਹੜੀ ਹੈ ਉਹ ਇਸ ਵੇਲੇ ਆਪੋ ਮੁਹਾਰੀ ਹੋਈ ਫਿਰਦੀ ਹੈ, ਕੋਈ ਉਹਨਾਂ ਨੂੰ ਸਾਂਭਣ ਵਾਲਾ ਨਹੀਂ ਹੈ। ਉਤਰੀ ਹੁਤੀ ਜੋ ਸੰਸਾ ਸਨੀ। ਜਿੰਨੀ ਸੰਗਤ ਬਾਬੇ ਬਕਾਲੇ 'ਚ ਆਈ ਹੋਈ ਹਜ਼ਾਰਾਂ ਦੀ ਤਾਦਾਦ ਵਿੱਚ, ਸਾਰੀ ਹੀ ਸੰਸਾਰਗ੍ਰਸਤ ਹੈ। ਸਾਰਿਆਂ ਦੇ ਮਨ ਵਿੱਚ ਸ਼ੰਕੇ ਪਏ ਹੋਏ ਨੇ। ਗੁਰੂ ਬਕਾਲੇ ਮਹਿ ਪ੍ਰਗਟਾਵੇ। ਪਰ ਇਹ ਗੱਲ ਸਾਰਿਆਂ ਨੂੰ ਪਤਾ ਹੈ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਕਿਹਾ ਹੈ ਵੀ ਬਕਾਲੇ 'ਚ ਗੁਰੂ ਪ੍ਰਗਟ ਹੋਣਗੇ। ਅਸੀਂ ਬਾਕ ਪਰ ਮਤੀ ਟਿਕਾਵੇ। ਸਾਰਿਆਂ ਦੀ ਇਸੇ ਗੱਲ ਤੇ ਮਤੀ ਟਿਕੀ ਹੋਈ ਹੈ ਵੀ ਹੋਣਾ ਤਾਂ ਬਕਾਲੇ ਵਿੱਚ ਹੀ ਹੈ, ਪਰ 22 ਮੰਜੀ ਤਾਂ ਜਿਹੜੀਆਂ ਨੇ ਇਹ ਨਹੀਂ ਹੋਣੀਆਂ, ਗੁਰੂ ਦਾ ਇੱਕ ਹੋਵੇਗਾ।
ਹਾਂਜੀ। ਸਿੱਖ ਸੈਂਕੜੇ ਬੀਚ ਬਕਾਲੇ। 22 ਗੁਰੂ ਬਣ ਕੇ ਬੈਠੇ ਨੇ ਤੇ ਸੈਂਕੜੇ ਸਿੱਖ ਉਹਨਾਂ ਨੂੰ ਮੰਨਣ ਵਾਲੇ ਹਜ਼ਾਰਾਂ ਸਿੱਖ ਉੱਥੇ ਭਟਕ ਰਹੇ ਨੇ। ਉਤਰੇ ਜਹਕ ਹੈ ਪ੍ਰੇਮ ਵਿਸਾਲੇ। ਥਾਂ ਥਾਂ ਹੀ ਪ੍ਰੇਮੀ ਸਿੱਖਾਂ ਨੇ ਵਿਚਾਰਿਆਂ ਨੇ ਆਪਣੇ ਤੰਬੂ ਲਾਏ ਨੇ, ਗੱਡੇ ਰੇੜੇ ਖੜੇ ਕੀਤੇ ਨੇ, ਆਪਣੇ ਆਪਣੇ ਥਾਵਾਂ ਤੇ ਬੈਠੇ ਨੇ, ਇਸ ਉਮੀਦ ਨਾਲ ਵੀ ਪੂਰਾ ਗੁਰੂ ਪ੍ਰਗਟ ਹੋਵੇਗਾ। ਕਰਤ ਪ੍ਰਤੀਛਨ ਗੁਰਬਿਦ ਤਾਵੈ। ਕਹਿੰਦੇ ਇਹ ਉਡੀਕ ਰਹੇ ਨੇ ਵੀ ਗੁਰੂ ਕਦੋਂ ਪ੍ਰਗਟ ਹੋਵੇਗਾ, ਗੁਰੂ ਕਿੱਥੇ ਹੈ। ਗੁਰੂ ਬਾਈਆਂ ਵਿੱਚੋਂ ਹੈ ਕਿ ਗੁਰੂ ਬਾਈਆਂ ਤੋਂ ਬਾਹਰ ਹੈ। ਦੇਹ ਉਪਾਇਨ ਦਰਸ਼ਨ ਪਾਵੈ। ਜਦੋਂ ਗੁਰੂ ਪ੍ਰਗਟ ਹੋਵੇਗਾ ਉਦੋਂ ਭੇਟਾ ਅਰਪਣ ਕਰਾਂਗੇ, ਦਰਸ਼ਨ ਕਰਾਂਗੇ। ਸਿੱਖਿਅਨ ਪਰਹੋ ਬਨ ਉਪਕਾਰੀ। ਬਾਬਾ ਮੱਖਣ ਸ਼ਾਹ ਉਹਨਾਂ ਸਿੱਖਾਂ ਦੇ ਉਪਕਾਰ ਕਰਨ ਲੱਗੇ ਹਨ, ਦੂਜੇ ਸਿੱਖਾਂ ਦਾ ਭਲਾ ਕਰਨ ਲੱਗੇ ਹਨ। ਪੂਰੇ ਪੰਥ ਗੁਰੂ ਨਾਨਕ ਦੇ ਜਿੰਨੇ ਵੀ ਸਿੱਖ ਨੇ ਸਾਰਿਆਂ ਦਾ ਹੀ ਭਲਾ ਕਰਨਾ ਚਾਹੁੰਦੇ ਹਨ। ਚਿਤਵਤ ਮੱਖਣ ਹਿਰਦੈ ਮਜਾਰੀ। ਬਾਬਾ ਮੱਖਣ ਸ਼ਾਹ ਮਨ ਚ ਚਿਤਵਦਾ ਹੈ ਵੀ ਮੈਂ ਸਤਿਗੁਰੂ ਜੀ ਨੂੰ ਪ੍ਰਗਟ ਕਰ ਦਵਾਂ। ਗੁਰ ਘਰ ਸਨਮੁਖ ਗਮਨਿਓ ਜਾਏ। ਬਾਬਾ ਮੱਖਣ ਸ਼ਾਹ ਕੜਾਹ ਪ੍ਰਸ਼ਾਦ ਦੀਆਂ ਦੇਗਾਂ, ਗੁਰੂ ਸਾਹਿਬ ਦੇ ਬਸਤਰ, ਮਾਇਆ ਦੇ ਗੱਫੇ, ਹੋਰ ਬੜੇ ਸੋਹਣੇ ਤੋਹਫੇ ਲੈ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਘਰ ਵੱਲ ਜਾ ਰਿਹਾ ਹੈ। ਸਕਲ ਉਪਾਇਨ ਸੰਗ ਲਵਾਏ। ਤੇ ਸਾਰੀਆਂ ਭੇਟਾਵਾਂ ਨਾਲ ਚੁੱਕੀਆਂ ਹੋਈਆਂ ਨੇ। ਸਿੱਖਿਆ ਬਹੁਤ ਅਰ ਆਏ ਮਸੰਦ। ਨਾਲ ਬਹੁਤ ਸਾਰੇ ਸਿੱਖ ਮਸੰਦ ਵੀ ਤੁਰੇ ਜਾਂਦੇ ਨੇ। ਗਮਨਤ ਪਇਓ ਨਰਨ ਕਹ ਬ੍ਰਿੰਦ। ਬਹੁਤ ਭੀੜ ਹੋ ਗਈ, ਜਿਵੇਂ ਕੋਈ ਨਗਰ ਕੀਰਤਨ ਜਾਂਦਾ ਹੋਵੇ ਇਸ ਤਰ੍ਹਾਂ ਸੰਗਤ ਦਾ ਇੱਕ ਹਜੂਮ ਤੁਰਿਆ ਜਾਂਦਾ ਹੈ। ਆਪਸ ਮਹਿ ਬੋਲਤ ਬਹੁ ਰੀਤੀ। ਆਪਸ ਵਿੱਚ ਬਹੁਤ ਪ੍ਰਕਾਰ ਦੇ ਬਚਨ ਵਿਲਾਸ ਕਰਦੇ ਨੇ, ਕੋਈ ਮਸੰਦ, ਕੋਈ ਸਿੱਖ, ਕੋਈ ਸੰਗਤਾਂ, ਜਿੰਨੇ ਮੂੰਹ ਉਨੀਆਂ ਗੱਲਾਂ ਹੁੰਦੀਆਂ ਨੇ। ਆਪੋ ਆਪਣੇ ਖਿਆਲ ਇੱਕ ਦੂਜੀ ਨਾਲ ਸਿੱਖ ਸਾਂਝੇ ਕਰ ਰਹੇ ਨੇ। ਕਿਸ ਟਿਕ ਜਾਏ ਅਬ ਹੈ ਜਤ ਪ੍ਰੀਤੀ। ਤੇ ਮਸੰਦ ਵੀ ਅੰਦਾਜ਼ਾ ਲਾ ਰਹੇ ਨੇ ਤੇ ਸਿੱਖ ਵੀ ਲਾ ਰਹੇ ਨੇ ਵੀ ਅੱਜ ਮੱਖਣ ਸ਼ਾਹ ਬੜੀ ਮੋਟੀ ਭੇਟਾ ਲੈ ਕੇ ਤੁਰਿਆ। ਇਹ ਕਿਹੜੇ ਗੁਰੂ ਕੋਲ ਜਾਏਗਾ ਭਲਾ? ਇਹ ਕੀ ਬਾਬੇ ਧੀਰਮਲ ਦੇ ਡੇਰੇ ਜਾਏਗਾ ਜਾਂ ਬਾਬੇ ਸੂਰਜਮਲ ਦੇ ਪਰਿਵਾਰ ਕੋਲ ਜਾਏਗਾ ਜਾਂ ਕਿਤੇ ਹੋਰ ਜਾਵੇਗਾ? ਇੱਕ ਵਾਰ ਤੋਂ ਸਭ ਕੇ ਪਾਸ। ਇੱਕ ਵਾਰ ਤਾਂ ਇਹ ਪਹਿਲਾਂ ਸਾਰਿਆਂ ਨੂੰ ਮੱਥਾ ਟੇਕ ਆਇਆ ਹੈ, ਸਾਰਿਆਂ ਨੂੰ ਮਿਲ ਆਇਆ ਹੈ, ਸਾਰਿਆਂ ਕੋਲੋਂ ਸਰੋਪੇ ਵੀ ਲੈ ਕੇ ਆਇਆ ਹੈ। ਜਾਏ ਜਾਏ ਕੀ ਨਸ ਅਰਦਾਸ। ਇਹਨੇ ਸਾਰਿਆਂ ਦੇ ਕੋਲ ਜਾ ਜਾ ਕੇ ਦੋ ਦੋ ਮੋਹਰਾਂ ਮੱਥਾ ਟੇਕੀਆਂ ਨੇ, ਸਾਰਿਆਂ ਦੇ ਦਰਸ਼ਨ ਕੀਤੇ ਨੇ। ਅਬ ਇਨ ਲੀਨ ਉਪਾਇਨ ਭਾਰੀ। ਪਰ ਅੱਜ ਤਾਂ ਇਹ ਬੜਾ ਵੱਡਾ ਸਮਾਨ ਲੈ ਕੇ, ਬੜੀ ਭੇਟਾ ਲੈ ਕੇ ਤੁਰਿਆ ਹੈ। ਅੱਜ ਤਾਂ ਇਹ ਬੜੇ ਮਹਿੰਗੇ ਤੋਹਫੇ ਲੈ ਕੇ ਤੁਰਿਆ ਹੈ। ਜਿਸ ਕੋ ਅਰਪਹ ਪੂਜ ਅਗਾਰੀ। ਇਹ ਪਤਾ ਨਹੀਂ ਹੁਣ ਕਿਹੜੇ ਗੁਰੂ ਨੂੰ ਇੰਨੀ ਭੇਟਾ ਚੜਾਏਗਾ। ਮਸੰਦਾਂ ਦੀਆਂ ਤਾਂ ਲਾਲਾਂ ਡਿੱਗਣ ਲੱਗ ਪਈਆਂ ਵੀ ਸਾਡੇ ਡੇਰੇ ਆ ਜਾਵੇ ਤਾਂ ਚੰਗਾ, ਦੂਜਾ ਸੋਚਦਾ ਸਾਡੇ ਡੇਰੇ ਆ ਜਾਵੇ ਤਾਂ ਚੰਗਾ ਹੈ। ਨਿਜ ਨਿਜ ਦੇਸ਼ ਸਦ ਤੁਰਤ ਪਠਾਈ। ਤੇ ਇਹਨਾਂ ਮਸੰਦਾਂ ਨੇ ਨਾ ਆਪਣੇ ਆਪਣੇ ਡੇਰਿਆਂ ਵਿੱਚ ਫਟਾਫਟ ਆਪਣੇ ਬੰਦੇ ਭੇਜਤੇ ਵੀ ਮੱਖਣ ਸ਼ਾਹ ਅੱਜ ਬਹੁਤ ਮੋਟਾ ਮਾਲ ਲੈ ਕੇ ਆ ਰਿਹਾ ਤੇ ਡੇਰੇ ਸਫਾਈਆਂ ਕਰ ਲਓ, ਕਲੀਨ ਕਲੂਨ ਵਧੀਆ ਵਿਛਾ ਲਓ। ਬਾਬਿਆਂ ਨੂੰ ਵੀ ਕਹਿ ਦਿਓ ਵੀ ਟੋਰਾ ਸ਼ੋਰਾ ਕੱਢ ਕੇ ਬਹਿ ਜਾਣ, ਪਤਾ ਨਹੀਂ ਕਿਹੜੇ ਡੇਰੇ 'ਚ ਆ ਜਾਣਾ। ਤੇ ਉਹ 22 ਗੁਰੂ ਵੀ ਮੂੰਹ ਹੱਥ ਧੋ ਕੇ ਚੰਗੇ ਚੌੜੇ ਹੋ ਕੇ ਗੱਦੀਆਂ ਗੁੱਦੀਆਂ ਲਾ ਕੇ ਬਹਿ ਗਏ ਨੇ ਵੀ ਸ਼ਾਇਦ ਸਾਡੇ ਕੋਲ ਹੀ ਅੱਜ ਮਾਇਆ ਆਉਣੀ ਹੈ। ਹਾਂਜੀ, ਤਿਆਰੀ ਕਰ ਬੈਠੋ ਅਗਵਾਈ। ਉਹ ਬੰਦਿਆਂ ਨੇ ਮਸੰਦਾਂ ਨੇ ਭੇਜਿਆ ਵੀ ਬਾਬਿਆਂ ਨੂੰ ਕਹੋ ਵੀ ਤਿਆਰੀ ਕਰਕੇ ਬੈਠਣ ਤੇ ਮੱਖਣ ਸ਼ਾਹ ਅੱਜ ਬਹੁਤ ਕੁਝ ਭੇਟਾ ਦੇਣ ਆ ਰਿਹਾ ਹੈ। ਸਭ ਕੇ ਅਰ ਪ੍ਰਤੀਸ਼ਨਾ ਜਾਗੀ। ਹੁਣ 22 ਦੇ 22 ਗੁਰੂ ਫਟਾਫਟ ਤਿਆਰ ਹੋਏ। ਉਹਨਾਂ ਨੇ ਆਪਣੀਆਂ ਗੱਦੀਆਂ ਲਾਈਆਂ ਤੇ ਆਪਣੇ ਨੌਕਰ ਚਾਕਰ ਜਿਹੜੇ ਸੀ ਉਹਨਾਂ ਨੂੰ ਐਨ ਸਾਵਧਾਨ ਕਰਤਾ। ਬਾਬੇ ਧੀਰਮਲ ਨੇ ਵੀ, ਦੂਜਿਆਂ ਨੇ ਵੀ, ਤੇ ਗੱਦੀਆਂ ਲਾ ਕੇ ਉਡੀਕਣ ਲੱਗ ਪਏ ਹਨ। ਹਮਟਿਕ ਆਵਹਿ ਗੋ ਅਨੁਰਾਗੀ। ਕਿ ਹੁਣੇ ਸ਼ਾਹ ਸਾਡੇ ਕੋਲ ਆਵੇਗਾ, ਦੂਜਾ ਸੋਚਦਾ ਮੇਰੇ ਕੋਲ ਆਵੇਗਾ, ਤੀਜਾ ਸੋਚਦਾ ਮੇਰੇ ਕੋਲ ਆਵੇਗਾ। ਧੀਰਮਲ ਮਸਨੰਦ ਦਸਾਏ। ਸਭ ਤੋਂ ਵੱਡੀ ਗੱਦੀ ਤੇ ਬਾਬੇ ਧੀਰਮਲ ਦੀ, ਉਹਨੇ ਆਪਣੀ ਵੱਡੀ ਗੱਦੀ ਲਾਈ ਹੈ, ਗੋਲ ਸਰਾਣਾ ਪਿੱਛੇ ਰੱਖਿਆ ਹੈ। ਬੜ ਉਪਤਾਨ ਧਰੇ ਮੰਗਵਾਏ। ਬਹੁਤ ਗੋਲ ਸਰਾਣੇ ਰੱਖੇ ਹਨ ਵੱਡੇ ਵੱਡੇ। 10 ਚਮਰ ਲਾ ਕੇ ਪਾਠਾਂਡੋ। 2 ਚੌਰ ਬਰਦਾਰ ਸੋਨੇ ਦੇ ਮੁੱਠੇ ਵਾਲੇ ਚੌਰ ਲੈ ਕੇ ਖੜੇ ਬਾਬੇ ਧੀਰਮਲ ਦੇ ਸਿਰ ਤੇ ਚੌਰ ਕਰਦੇ। ਸਰਬ ਭਾਂਤ ਜਿਸ ਐਸ਼ਵਰਜ ਬਾਡੋ। ਬਹੁਤ ਵੱਡਾ ਚੰਦੋਆ ਲਾਇਆ, ਰਾਜਿਆਂ ਮਹਾਰਾਜਿਆਂ ਵਰਗੀ ਸ਼ਾਨ ਹੈ, ਕਲਗੀ ਲਾਈ ਹੋਈ ਹੈ। ਉਹਦਾ ਧੀਰਮਲ ਹੈ ਵੀ ਸੋਹਣਾ ਸੁਨੱਖਾ ਬੜਾ ਸੀਗਾ,
ਤੇ ਸਜਿਆ ਧਜਿਆ ਬੈਠਾ ਹੈ। ਨਿਜ ਨਿਜ ਸ਼ਕਤ ਅਪਰ ਸੋਢੀਨ। ਤੇ ਏਦਾਂ ਹੀ ਬਾਕੀ ਸੋਢੀਆਂ ਨੇ ਵੀ ਆਪਣੀ ਯਥਾ ਸ਼ਕਤੀ ਤਿਆਰੀਆਂ ਕੀਤੀਆਂ ਹਨ। ਬਨ ਬਨ ਬੈਠਾ ਹੈ ਸੌਜਨ ਬੀਨ। ਔਰ ਸਾਰੇ ਵਧੀਆ ਵਧੀਆ ਕੱਪੜੇ ਪਹਿਨ ਕੇ ਵਧੀਆ ਵਧੀਆ ਗੱਦੀਆਂ ਲਾ ਕੇ ਚੰਦੋਏ ਲਾ ਕੇ ਕਲੀਨ ਵਿਛਾ ਕੇ ਬੈਠੇ ਹਨ। ਕਰਹ ਬਿਸ਼ਾਵਨ ਕੇਰਟ ਸਾਵਨ। ਬੜੇ ਬੜੇ ਸੋਹਣੇ ਵਿਛਾਣੇ ਵਿਛਾਏ ਹਨ। ਨਿਜ ਪਾਛੈ ਉਪਦਾਨ ਧਰਾਵਨ। ਤੇ ਪਿੱਛੇ ਗੋਲ ਸਰਾਣੇ ਰੱਖੇ ਨੇ ਬਾਬਿਆਂ ਨੇ, ਚੋਲੇ ਵਧੀਆ ਪਾ ਲਏ ਨੇ ਕਢਾਈਆਂ ਵਾਲੇ। ਅਗਰ ਮੇਵੜੇ ਹੋਏ ਸਾਵਧਾਨੇ। ਉਹਨਾਂ ਦੇ ਅਰਦਾਸੀਏ ਅੱਗੇ ਅਰਦਾਸਾਂ ਕਰਨ ਲਈ ਖੜ ਗਏ ਨੇ ਸਾਵਧਾਨ ਹੋ ਕੇ, ਗਲ ਸਰੋਪੇ ਪਾ ਕੇ ਵੀ ਹੁਣ ਸ਼ਾਹ ਨੇ ਆਉਣਾ, ਉਹਦੀ ਅਰਦਾਸ ਕਰਨੀ ਹੈ। ਦਵਾਰ ਦਿਸ਼ਾ ਦ੍ਰਿਸ਼ਟੀ ਬੰਧਾਨੇ। ਤੇ ਏਦਾਂ ਸਾਰੇ ਦਰਵਾਜ਼ੇ ਵੱਲ ਹੀ ਵੇਖੀ ਜਾਂਦੇ, ਹੁਣ ਆਉਂਦਾ ਹੁਣ ਆਉਂਦਾ ਹੁਣ ਆਉਂਦਾ। ਸਭ ਕਾ ਦੀਕੇ ਟੇਕ ਨਰ ਚੇਈ। ਕਹਿੰਦੇ ਗੱਦੀ ਦੇ ਜਿੰਨੇ ਵੀ ਨੇੜੇ ਹਨ ਬੰਦੇ, ਕਰੈ ਪ੍ਰਤੀਖਨ ਬੈਠੇ ਤੇਈ। ਉਹ ਵੀ ਦੀਵਾਨ ਲਾ ਕੇ ਅੱਖਾਂ ਮੀਚ ਕੇ ਬੈਠੇ ਆ ਵੀ ਜਿਵੇਂ ਗੁਰੂ ਦਾ ਦੀਵਾਨ ਲੱਗਾ। ਸਤਸੰਗ ਧਿਆਨ ਸਾਰਾ ਮਾਇਆ ਵਾਲੀ ਹੈ। ਕੀਰਤਨ ਕਰਨ ਵਾਲੇ ਕੀਰਤਨ ਕਰੀ ਜਾਂਦੇ ਆ, ਕਥਾ ਕਰਨ ਵਾਲੇ ਕਥਾ ਕਰੀ ਜਾਂਦੇ ਆ। ਉਡੀਕ ਮੱਖਣ ਸ਼ਾਹੀ ਹੋ ਰਹੀ ਆ ਮਨ ਦੇ ਵਿੱਚ। ਸੋ ਇਸ ਪ੍ਰਕਾਰ ਨਾਲ ਸਾਧ ਸੰਗਤ ਜੀ, ਬਾਬਾ ਮੱਖਣ ਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਕੋਲ ਕਿਵੇਂ ਗਿਆ ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੂੰ ਕਿਵੇਂ ਉਹਨੇ ਪ੍ਰਗਟ ਕੀਤਾ, ਉਹ ਕਥਾ ਆਪਾਂ ਅਗਲੇ ਪ੍ਰਕਰਣਾਂ ਵਿੱਚ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਗੋਬਿੰਦ ਹੈ ਗੋਪਾਲ ਹੈ ਦਇਆਲ ਲਾਲ, ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ, हे ਸਮਰੱਥ ਅਗੰਮ ਪੂਰਨ ਮੋਹਿ ਮਾਇਆ ਤਾਰ, ਅੰਧ ਕੂਪ ਮਹਾ ਪਿਆਨ ਨਾਨਕ ਪਾਰ ਉਤਾਰ, ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਰ, ਵਾਹਿਗੁਰੂ ਨਾਮ ਜਹਾਜੈ ਚੜੇ ਸੋ ਕਰੇ ਪਾਰ, ਜੋ ਸ਼ਰਧਾ ਕਰ ਸੇਵੰਦੇ ਗੁਰੂ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ। ਸਹਿਜ ਸੇਤੀ ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੇ ਵਸਾਇਆ। ਏ ਮਨ ਮੇਰਿਆ ਤੂੰ ਸਦਾ ਰੋ ਹਰ ਨਾਲੇ, ਹਰ ਨਾਲ ਰੋ ਤੂੰ ਮਨ ਮੇਰੇ, ਦੁਖ ਸਭ ਅੰਗੀਕਾਰ ਉਹ ਕਰੇ ਤੇਰਾ ਕਾਜ।